ਤੁਹਾਡੀ ਜ਼ੁਬਾਨੀ ਅਸੀਂ ਉਹ ਵੇਲਾ ਸੁਣਨਾ ਚਾਹਾਂਗੇ ਕਿ ਜਦੋਂ ਤੁਸੀਂ ਬਹੁਤ ਕੁੱਦਸਿਆ ਤਾਂ ਸਭ ਤੋਂ ਪਹਿਲਾਂ ਕਿ ਤੁਹਾਡੇ ਤੇ ਪੁਲਿਸ ਇੰਨਾ ਤਸ਼ੱਦਦ ਕਿਉਂ ਕਰਦੀ? ਜੋ ਮੈਥੇ ਮੇਰੇ ਤੇ ਤਸ਼ੱਦਦ ਹੋਇਆ ਨਾ, ਉੱਥੇ ਇੱਕ ਬਰਾੜ SHO ਸੀ, ਚੱਡੇ ਪਾੜ ਕੇ ਮਾਰ ਡਾਂਗਾ ਉਹਨਾਂ ਨੇ ਮੇਰੇ ਕਰੰਟ ਲਾ ਕੇ, ਘੋੜ ਨੇ ਲਾ ਕੇ ਇੱਥੋਂ ਆ ਬਾਹਾਂ ਜਿਹੜੀਆਂ ਪਿੱਛੇ ਬੰਨ੍ਹ ਦਿੰਦੇ, ਇੱਥੋਂ ਐਂ ਕਰਕੇ ਇੱਥੇ ਬੰਨ੍ਹ ਕੇ ਤੇ ਇਹਨੂੰ ਤਾਂ ਚੁੱਕ ਦੇਣਾ ਸਰੀਰ ਨੂੰ ਤੇ ਗਾਰਡਰ ਨਾਲ ਰੱਸਾ ਪਾ ਦੇਣਾ ਤੇ ਥੱਲੇ ਇੱਟਾਂ ਬੰਨ੍ਹ ਦੇਣੀਆਂ ਤੇ ਆ ਪਿੱਛੋਂ ਬਾਹਾਂ ਪਿੱਛੇ ਇੱਥੇ ਆ ਜਾਂਦੀਆਂ ਸੀ ਪਿੱਛੋਂ ਹੀ। ਤੇ ਮੇਰੇ ਖਿਆਲ 10 ਪੋਹ ਦਾ ਦਿਨ ਮੈਂ ਭੁੱਲ ਨਹੀਂ ਸਕਦਾ। ਇਹਨਾਂ ਨੇ ਮੈਨੂੰ ਮਹਿਤੇ ਥਾਣਿਆਂ ਨੇ ਅਲਫ ਨੰਗਿਆਂ ਕਰਕੇ ਇਸ ਤਰ੍ਹਾਂ ਇੱਥੇ ਬਲਬ ਲਾਤਾ ਵੱਡਾ, ਇੱਥੇ ਬਲਬ ਲਾਤਾ ਤੇ 2 ਸੰਤਰੀ ਮੇਰੇ ਸਾਹਮਣੇ ਇੱਕ ਉੱਧਰ ਬਿਠਾਤਾ ਡਾਂਗ ਦੇ ਕੇ, ਇੱਕ ਉੱਧਰ ਬਿਠਾਤਾ ਡਾਂਗ ਦੇ ਕੇ ਵੀ ਸੌਵੇਂ ਨਾ, ਇਹ ਜੇ ਸੌਵੇਂ ਤੇ ਬੰਨ੍ਹਤਾ ਐਂ ਕਰਕੇ ਮੈਨੂੰ ਇਸ ਤਰ੍ਹਾਂ ਬੰਨਿਆ ਸੀ ਮੈਂ। ਤੇ ਮੇਰੇ ਆ ਪੱਟ 'ਚ ਹੀ ਇੱਥੋਂ ਲਾ ਪੱਛ ਜਿਹੜੇ ਥੱਲਿਓਂ ਬਿਲਕੁਲ ਨੰਗਿਆਂ ਕਰਕੇ ਬੁਰਸ਼ ਮਾਰ ਕੇ ਉੱਤੇ ਲੂਣ ਪਾਉਂਦੇ ਰਹੇ। ਮੇਰੇ ਗੁਪਤ ਅੰਗ ਤੇ ਵਲੇੜ ਕੇ ਤਾਰਾਂ ਡੈਨਮੋ ਨਾਲ ਕਰੰਟ ਲਾਉਂਦੇ ਨੇ, ਇੱਥੇ ਕਰੰਟ ਲਾ, ਅੱਖਾਂ 'ਤੇ ਲਾ। ਬਹੁਤ ਪੁਰਾਤਨ ਸਮੇਂ ਬੀਬੀਆਂ ਕੱਪੜੇ ਨਹੀਂ ਧੋਂਦੀਆਂ, ਥਾਪਾ ਮਾਰਦੀਆਂ, ਕੋਹ ਮਾਰਦੀ ਉਤਰਾ ਡਾਂਗਾ ਵੱਜਦੀਆਂ ਪੈਰਾਂ 'ਚ। ਸਮਾਂ ਬਦਲਦਾ ਗਿਆ ਤੇ ਪੁਲਿਸ ਦਾ ਜ਼ੋਰ ਜਿਹੜਾ ਸਾਡੇ 'ਤੇ ਵੱਧਦਾ ਗਿਆ। ਪੁਲਿਸ ਦਾ ਐਸਾ ਜ਼ੋਰ ਵਧਿਆ ਕਿ ਅਸੀਂ ਘਰੋਂ ਬੇਕਾਰ ਹੋਣਾ ਸੰਭਵ ਸੀ, ਅਸੀਂ ਘਰ ਤਾਂ ਆ ਹੀ ਨਹੀਂ ਸਕਦੇ। ਇਹ ਗੋਲੀ ਚੱਲਣੀ ਸ਼ੁਰੂ ਹੋਈ ਤੇ ਇਸ ਪੁਲਿਸ ਨੇ, ਪ੍ਰਸ਼ਾਸਨ ਨੇ ਬੱਤੀ ਗੁੱਲ ਕਰਤੀ। ਗਰਮੀ ਬੜੀ ਸੀ, ਬੱਤੀ ਗੁੱਲ ਕਰਤੀ ਜਦੋਂ ਤੇ ਸਾਡੇ ਕੋਲ ਇੱਕ ਟਾਰਚ ਸੀ। ਅਸੀਂ ਵਾਰੀ 2 ਸਿੰਘਾਂ ਨੇ ਟਾਰਚ ਦੇ ਨਾਲ ਹੀ ਅਸੀਂ ਅਖੰਡ ਪਾਠ ਜਿਹੜਾ ਸੀ ਅਸੀਂ ਕੀਤਾ। ਉਹ ਭਾਈ ਮਨਜੀਤ ਸਿੰਘ ਅਰਦਾਸ ਕਰਨ ਲੱਗਾ ਸੀ ਮੇਰੇ ਅਖੰਡ ਪਾਠ ਆਰੰਭ ਕਰਨ ਦੀ। ਉੱਥੇ ਮਹਿਤੇ ਅਖੰਡ ਪਾਠ ਦੀ ਆਰੰਭ ਦੀ ਅਰਦਾਸ ਕਰਨ ਲੱਗੇ। ਭਾਈ ਅੰਗਰੇਜ਼ ਸਿੰਘ ਜੀ ਸ਼ਹੀਦ ਹੋ ਗਏ ਨੇ ਤੇ ਅਖੰਡ ਪਾਠ ਆਰੰਭ ਕਰ ਦਿੱਤਾ। ਉੱਧਰੋਂ ਅਸੀਂ ਚਲੇ ਗਏ, ਮੈਂ ਤੇ ਭਾਈ ਬਲਵੰਤ ਸਿੰਘ ਚਲੇ ਗਏ। ਉੱਥੇ ਪਤਾ ਲੱਗਾ ਕਹਿੰਦੇ ਅੰਗਰੇਜ਼ ਸਿੰਘ ਦਾ ਉਹ ਆ ਗਿਆ, ਕਹਿੰਦੇ ਅੰਗਰੇਜ਼ ਸਿੰਘ ਦਾ ਆ ਗਿਆ। ਚਲੋ ਅਖੰਡ ਪਾਠ ਜੇ ਆਰੰਭ ਕਰਨਾ ਸੀ, ਆਰੰਭ ਨਾ ਕੀਤਾ ਗਿਆ। ਸਨ ਬੇਟਾ 86 ਦੇ ਵਿੱਚ ਮੈਨੂੰ ਪੁਲਿਸ ਨੇ ਅਰੈਸਟ ਕਰ ਲਿਆ ਤਰਸਿੱਕੇ ਤੋਂ। ਅਸੀਂ ਉੱਥੇ ਗਏ ਤੇ ਪੁਲਿਸ ਨੇ ਮੈਨੂੰ ਕਿ ਉਹਦੇ ਘੇਰਾ ਪਾਇਆ ਤੇ 2-3 ਸਿੰਘ ਹੋਰ ਸੀ ਲੋਕ ਦੇ ਆਸੇ-ਪਾਸੇ ਹੋ ਗਏ ਤੇ ਮੈਂ 2 ਕੰਧਾਂ ਟੱਪੀਆਂ ਤੇ ਤੀਜੀ ਕੰਧ ਤੇ ਮੈਂ ਛਾਲ ਮਾਰੀ ਤੇ ਉਹਨਾਂ ਦੇ ਅੱਗੇ ਡਿੱਗ ਪਿਆ ਮੈਂ। ਚਲੋ ਮੈਂ ਅਰੈਸਟ ਹੋ ਗਿਆ। ਅਰੈਸਟ ਕਰਕੇ ਤੇ ਮੈਨੂੰ ਲੈ ਕੇ ਮਹਿਤੇ ਥਾਣੇ। ਮੇਰੇ ਤੇ ਇਹਨਾਂ ਕੇਸ ਕਰਤੇ 7 ਫਿੱਟ, 4 ਇੱਧਰੋਂ ਹੋਈ ਸੀ ਮਹਿਤੇ ਵੱਲੋਂ ਤੇ 3 ਇਹਨਾਂ ਨੇ ਫਿੱਟ ਕਰਤੇ। ਉਸ ਤੋਂ ਬਾਅਦ ਮੁੜ ਕੇ ਜਦੋਂ 2 ਮਹੀਨੇ ਹੋਏ ਤਾਂ ਮੈਂ ਠੀਕ ਮਾੜਾ ਮੋਟਾ ਹੋਇਆ ਤੇ ਉੱਧਰੋਂ ਅਜਨਾਲਾ ਪੁਲਿਸ ਨੇ ਮੇਰਾ ਰਿਮਾਂਡ ਦੇ ਲਿਆ। ਖੁੱਲਰ ਨੇ ਫਿਰ ਮੇਰੀ ਜਿਹੜੀ ਬੇਟਾ ਹਾਲਤ ਮੇਰੀ ਕੀਤੀ ਹੈ ਨਾ, ਮੈਂ ਦੱਸ ਨਹੀਂ ਸਕਦਾ। ਇੱਕੋ ਚੀਜ਼ ਤੇ ਅੜਿਆ ਸੀ, ਕਹਿੰਦਾ ਜਿਹੜਾ ਡਾਕਟਰ ਉੱਥੇ ਮਰਿਆ ਨਾ ਉਹ ਤੂੰ ਕਬਾਲ ਕਰ ਲਾ ਵੀ ਡਾਕਟਰ ਮੈਂ ਮਾਰਿਆ ਤੇ ਅਸੀਂ ਤੈਨੂੰ ਛੱਡ ਦਿਆਂਗੇ, ਤੈਨੂੰ ਬਚਾ ਲਾਂ। ਇਸ ਦੌਰ ਨੇ, ਕਾਲੇ ਦੌਰ ਨੇ ਮੇਰੇ ਘਰ ਰੋਟੀ ਵੀ ਨਹੀਂ ਛੱਡੀ। ਜੇ ਸੱਚ ਪੁੱਛੇ ਤੇ ਮੂੰਹ 'ਚ ਬੁਰਕੀ ਜਾ ਪੈਂਦੀ ਆ। ਰੋਟੀ ਰੋਟੀ ਨਹੀਂ ਖਾਧੀ ਜਾਂਦੀ ਜਦੋਂ ਯਾਦ ਆਉਂਦੀ ਗੱਲ ਜਿਹੜਾ ਤਸ਼ੱਦਦ ਚੱਲਿਆ ਨਾ, ਜੇਲ੍ਹਾਂ ਕੱਟੀਆਂ ਨੇ, ਤਸ਼ੱਦਦ ਚੱਲਿਆ, ਕਈ ਵਾਰ ਰੋਣ ਆ ਜਾਂਦਾ। ਫਿਰ ਆਖੀਦਾ ਕਲਗੀਧਰ ਪਾਤਸ਼ਾਹ ਤੂੰ ਉਹ ਸਾਰਾ ਸਰਬੰਸ ਵਾਰਤਾ ਸੀ ਤਾਂ ਕੁਛ ਵੀ ਚੀਜ਼। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਮਨਦੀਪ ਕੌਰ ਸੰਧੂ। ਅਸੀਂ ਜੇਕਰ ਗੱਲ ਕਰੀਏ ਸਨ 1984 ਦੀ ਤਾਂ ਉਹ ਵੇਲਾ ਅੱਜ ਵੀ ਅਸੀਂ ਕਦੇ ਭੁਲਾ ਨਹੀਂ ਸਕਦੇ। ਉਸ ਵੇਲੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਇੱਕ ਸੰਤਾਪ ਝੱਲਣਾ ਪਿਆ। ਇੱਕ ਤਾਂ ਉਹ ਸੀ ਕਿ ਜਦੋਂ ਸਾਡੇ ਗੁਰਧਾਮ ਤੇ ਹਮਲਾ ਹੁੰਦਾ ਹੈ, ਅੱਜ ਵੀ ਉਹ ਦੁੱਖ ਸਤਾਉਂਦਾ ਹੈ। ਉਹ ਯਾਦ ਜਿਹੜੀ ਹੈ ਅਭੁੱਲ ਯਾਦ ਬਣ ਕੇ ਰਹਿ ਗਈ ਹੈ। ਪਰ ਉਸ ਤੋਂ ਬਾਅਦ ਵਾਲਾ ਜਿਹੜਾ ਦੌਰ ਸ਼ੁਰੂ ਹੁੰਦਾ ਹੈ, ਜਿਸ ਨੂੰ ਅਸੀਂ ਪੰਜਾਬ ਦੇ ਵਿੱਚ ਕਾਲੇ ਦੌਰ ਦੇ ਵਜੋਂ ਯਾਦ ਕਰਦੇ ਹਾਂ ਕਿ ਪੰਜਾਬ ਦੇ ਉੱਪਰ ਉਹ ਕਾਲਾ ਦੌਰ ਸੀ ਜਦੋਂ ਬੇਕਸੂਰ ਕਈ ਮਾਵਾਂ ਦੇ ਪੁੱਤ ਮਾਰੇ ਗਏ ਔਰ ਇਸੇ ਦੇ ਨਾਲ ਕਈ ਪਰਿਵਾਰ ਜਿਹੜੇ ਤਬਾਹ ਹੋਏ ਨੇ ਔਰ ਜਿਹੜੇ ਇੱਕ ਅੱਧੇ ਜੀ ਬਚੇ ਨੇ ਉਹਨਾਂ ਦੇ ਵਿੱਚੋਂ ਅੱਜ ਵੀ ਉਹ ਇੱਕ ਇਨਸਾਫ ਦੀ ਉਡੀਕ ਕਰਦੇ ਨੇ ਜਾਂ ਕਈ ਇਸ ਕਦਰ ਜਿਹੜੇ ਨੇ ਅਪਾਹਿਜ ਹੋ ਚੁੱਕੇ ਨੇ ਜਾਂ ਘਰਾਂ ਦੇ ਵਿੱਚ ਐਸੀਆਂ ਤੰਗੀਆਂ ਆ ਚੁੱਕੀਆਂ ਨੇ ਜਿਹੜੇ ਅੱਜ ਵੀ ਇਨਸਾਫ ਦੀ ਉਡੀਕ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਵੀ ਬੜਾ ਮੁਸ਼ਕਲ ਦੇ ਨਾਲ ਚਲਾਉਂਦੇ ਨੇ। ਪਰ ਇਸੇ ਵਿਚਕਾਰ ਉਸੇ ਹੀ ਦੌਰ ਦੇ ਵਿੱਚ ਇੱਕ ਦੌਰ ਸ਼ੁਰੂ ਹੋਇਆ ਜਦੋਂ 1986 ਦਾ ਵੇਲਾ ਸੀ ਔਰ ਇਸੇ ਦੌਰਾਨ
ਜਿਨ੍ਹਾਂ ਦੇ ਨਾਲ ਤੁਹਾਡੀ ਅੱਜ ਮੁਲਾਕਾਤ ਕਰਵਾਉਣੀ ਆ, ਉਹਨਾਂ ਨੇ ਉਸ ਵੇਲੇ ਨੂੰ ਆਪਣੇ ਪਿੰਡੇ ਤੇ ਕਿਸ ਤਰੀਕੇ ਦੇ ਨਾਲ ਹੰਢਾਇਆ ਹੈ। ਸਾਡੇ ਨਾਲ ਸਰਦਾਰ ਅੰਗਰੇਜ਼ ਸਿੰਘ ਮੌਜੂਦ ਨੇ। ਥਾਂ ਟਿਕਾਣਾ ਕਿੱਥੇ ਦਾ ਹੈ, ਹਾਲਾਂਕਿ ਇਹ ਇੱਕ ਕਿਰਾਏ ਦੇ ਘਰ ਤੇ ਰਹਿੰਦੇ ਨੇ, ਔਰ ਕਿੱਥੋਂ ਦੇ ਪਿਛੋਕੜ ਕੀ ਹੈ ਇਹਨਾਂ ਦਾ, ਸਾਰੀ ਅਸੀਂ ਮੁਲਾਕਾਤ ਕਰਕੇ ਜਿਹੜੀ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਪ੍ਰੋ ਪੰਜਾਬ ਟੀਵੀ ਤੇ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੱਚੇ, ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਆਪ ਜੀ? ਹਾਂ ਠੀਕ ਹੈ ਬੇਟੇ, ਬਹੁਤ ਵਧੀਆ, ਤੁਸੀਂ ਸੁਣਾਓ। ਸਭ ਤੋਂ ਪਹਿਲਾਂ ਤਾਂ ਅੰਗਰੇਜ਼ ਸਿੰਘ ਜੀ, ਤੁਹਾਡੀ ਜ਼ੁਬਾਨੀ ਅਸੀਂ ਉਹ ਵੇਲਾ ਸੁਣਨਾ ਚਾਹਾਂਗੇ ਕਿ ਜਦੋਂ ਤੁਸੀਂ ਬਹੁਤ ਕੁਝ ਸਿਆ, ਤਾਂ ਸਭ ਤੋਂ ਪਹਿਲਾਂ ਕਿ ਤੁਹਾਡੇ ਤੇ ਪੁਲਿਸ ਇੰਨਾ ਤਸ਼ੱਦਦ ਕਿਉਂ ਕਰਦੀ ਹੈ? ਬੇਟਾ ਇਹ ਸਨ 1979 ਤੋਂ 80 ਤੋਂ ਕੰਮ ਸਟਾਰਟ ਹੁੰਦਾ ਹੈ, ਜਦੋਂ ਮੇਰੇ ਵੱਡੇ ਬ੍ਰਦਰ ਭਾਈ ਸਾਹਿਬ ਜੀ, ਸ਼ਹੀਦ ਭਾਈ ਸੁਖਦੇਵ ਸਿੰਘ ਜੀ, ਜਿਨ੍ਹਾਂ ਨੂੰ ਜਥੇ ਦੇ ਵਿੱਚ ਭਾਜੀ ਕਹਿ ਕੇ ਸਤਿਕਾਰਿਆ ਜਾਂਦਾ ਸੀ। ਈਵਨ ਸੰਤ ਜਰਨੈਲ ਸਿੰਘ ਵੀ ਉਹਨਾਂ ਨੂੰ ਭਾਜੀ ਕਹਿੰਦੇ, ਕਿਉਂ ਕਹਿੰਦੇ ਸੀ ਕਿ ਉਹ ਹਰ ਇੱਕ ਨੂੰ ਭਾਜੀ ਕਹਿੰਦੇ ਸੀ, ਉਹਨਾਂ ਦਾ ਨਾਂ ਭਾਜੀ ਪੈ ਗਿਆ। ਇਸ ਕਰਕੇ ਬਾਬਾ ਠਾਕੁਰ ਸਿੰਘ ਜੀ ਵੀ ਉਹਨਾਂ ਨੂੰ ਭਾਜੀ ਕਹਿੰਦੇ ਸੀ, ਇਸ ਕਰਕੇ ਕਹਿੰਦੇ ਸੀ ਵੀ ਉਹ ਹਰ ਇੱਕ ਛੋਟੇ ਵੱਡੇ ਨੂੰ ਭਾਜੀ ਕਹਿੰਦੇ ਸੀ। ਉਹ ਜਦੋਂ ਗਏ ਨੇ ਉੱਥੇ ਜਥੇ ਦੇ ਵਿੱਚ, ਤੇ ਉਸ ਤੋਂ ਬਾਅਦ 80 81 82 84 ਦੇ ਵਿੱਚ 6 ਜੂਨ ਨੂੰ, ਜਿਹੜਾ 1 ਜੂਨ ਨੂੰ ਘੇਰਾ ਪੈਂਦਾ, ਅਟੈਕ ਹੁੰਦਾ ਸ੍ਰੀ ਦਰਬਾਰ ਸਾਹਿਬ ਤੇ ਸਾਡੇ ਗੁਰਧਾਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਇਕੱਲਾ ਅਕਾਲ ਤਖਤ ਸਾਹਿਬ ਹੀ ਢੇਰੀ ਨਹੀਂ ਕੀਤਾ, ਸਾਡੀਆਂ ਭੈਣਾਂ ਦੀ, ਸਾਡੀਆਂ ਮਾਤਾਵਾਂ ਦੀ, ਸਾਡੇ ਬੱਚਿਆਂ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ। ਇੰਨਾ ਕੁ ਤਸ਼ੱਦਦ ਕੀਤਾ ਗਿਆ ਜਿਹੜਾ ਬਿਆਨ ਕਰਨਾ ਔਖਾ ਹੈ, ਬਹੁਤ ਜ਼ਿਆਦਾ ਔਖਾ ਹੈ। ਉਹ 84 ਦਾ ਜਦੋਂ ਅਟੈਕ ਹੋਇਆ, ਉਸ ਤੋਂ ਬਾਅਦ ਜਦੋਂ ਸਾਡਾ ਪਿੰਡ ਬੱਗੇ ਕੇ ਪਿੱਪਲ, ਜ਼ਿਲ੍ਹਾ ਫਿਰੋਜ਼ਪੁਰ, ਅਟੈਕ ਹੋਣ ਤੋਂ ਬਾਅਦ ਜਦੋਂ ਮੇਰੇ ਵੱਡੇ ਭਾਈ ਸਾਹਿਬ ਉੱਥੇ ਸੀ ਤੇ ਉਦੋਂ ਉਹਨਾਂ ਨੇ, ਜਦੋਂ ਪੁਲਿਸ ਦਾ ਦੌਰ ਚੱਲਿਆ, ਇਸ ਕਰਕੇ ਚੱਲਿਆ, ਆਰਮੀ ਦਾ ਵੀ ਆਈ, ਪੁਲਿਸ ਨੇ ਸਾਡੇ 'ਤੇ ਥੋੜ੍ਹਾ ਜਿਹਾ ਦਬਾਅ ਪਾਉਣਾ ਸ਼ੁਰੂ ਕਰਤਾ। ਉਹ ਦਬਾਅ ਇੰਨਾ ਪੈਂਦਾ ਗਿਆ ਕਿ ਮੈਂ ਉਸ ਵਕਤ 9ਵੀਂ ਕਲਾਸ ਵਿੱਚ ਪੜ੍ਹਦਾ ਸੀ। ਦਬਾਅ ਵਧਿਆ ਤੇ ਮੈਂ ਘਰੋਂ ਚਲਾ ਗਿਆ। ਮੈਂ ਹੋਰ ਜਾਣਾ ਕਿੱਥੇ ਸੀ, ਮੈਂ ਵੀ ਉੱਥੇ ਹੀ ਸੰਤ ਗਿਆਨੀ ਜਿਹੜੇ ਆਪਣੇ ਦਮਦਮੀ ਟਕਸਾਲ ਹੈੱਡਕੁਆਟਰ ਮਹਿਤਾ, ਮੈਂ ਉੱਥੇ ਜਾ ਵਸਿਆ, ਭਰਾ ਦੇ ਕੋਲ ਚਲਾ ਗਿਆ। ਉੱਥੇ ਜਾਣ ਕਰਕੇ ਉੱਥੋਂ ਕੁਝ ਵਿੱਦਿਆ ਹਾਸਲ ਕੀਤੀ, ਆਪਣੇ ਆਪ 'ਚ ਗੁਰਬਾਣੀ ਦੀ ਸੰਥਿਆ ਲੈਣ ਤੋਂ ਬਾਅਦ ਸਮੇਂ ਨੇ ਕਰਵਟ ਲਈ, ਸਮਾਂ ਬਦਲਦਾ ਗਿਆ ਤੇ ਪੁਲਿਸ ਦਾ ਜ਼ੋਰ ਜਿਹੜਾ ਸਾਡੇ 'ਤੇ ਵੱਧਦਾ ਗਿਆ। ਪੁਲਿਸ ਦਾ ਐਸਾ ਜ਼ੋਰ ਵਧਿਆ ਕਿ ਅਸੀਂ ਘਰੋਂ ਬੇਕਾਰ ਹੋਣਾ ਸੰਭਵ ਸੀ, ਅਸੀਂ ਘਰ ਤਾਂ ਆ ਹੀ ਨਹੀਂ ਸਕਦੇ। 84 ਲੰਘਿਆ, 85 ਆਇਆ ਤੇ ਸਨ 86 ਜੜਿਆ। 86 ਦੇ ਵਿੱਚ ਫਿਰ ਇੱਕ ਬਲੈਕ ਥੰਡਰ ਹੁੰਦਾ ਹੈ। ਬਲੈਕ ਥੰਡਰ ਤੋਂ ਪਹਿਲਾਂ ਦਰਬਾਰ ਸਾਹਿਬ 'ਤੇ ਗੋਲੀ ਚੱਲਦੀ ਹੈ, ਮੇਰੇ ਖਿਆਲ 'ਚ, ਮੈਂ ਸ਼ਾਇਦ ਭੁੱਲਦਾ ਨਾ ਹੋਵਾਂ, ਤੇ ਉਹ ਸੀ ਸਰਜੀਤ ਸਿੰਘ ਬਰਨਾਲੇ ਦਾ ਮੁੰਡਾ, ਸ਼ਾਇਦ ਇਸ ਤਰ੍ਹਾਂ ਹੀ ਸੀ ਮੇਰੇ ਖਿਆਲ 'ਚ। ਉਸ ਵਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਗਿਆਨੀ ਗੁਰਦੇਵ ਸਿੰਘ ਕੌਂਕੇ, ਉਹ ਸੀ ਉਹ ਅਕਾਲ ਤਖਤ ਜਥੇਦਾਰ ਉਦੋਂ। ਤੇ ਮੈਨੂੰ ਉਹ ਸੀਨ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦੇਵਾਂ, ਜ਼ਰੂਰੀ ਆ ਉਹ। ਜਦੋਂ ਉੱਥੇ ਗੋਲੀ ਚੱਲੀ, ਸਾਰੀ ਰਾਤ ਗੋਲੀ ਚੱਲਦੀ ਰਹੀ, ਸਾਰੀ ਰਾਤ। ਮੇਰੇ ਨਾਲ ਇੱਕ ਸਿੰਘ ਸੀ ਭਾਈ ਬਲਵੰਤ ਸਿੰਘ, ਉਹ ਸੀ ਤਬਲੇ ਵਾਲਾ ਸਿੰਘ, ਜੋੜੀ ਵਜਾਉਂਦਾ ਸੀ ਮਹਿਤੇ ਜਥੇ ਦੇ ਵਿੱਚ। ਸਾਹੀ ਦੋਨਾਂ ਸਿੰਘਾਂ ਨੇ ਸਾਨੂੰ, ਜਿਹੜਾ ਬਾਬਾ ਦੀਪ ਸਿੰਘ ਦਾ ਬੁੰਗਾ, ਜਿੱਥੇ ਰਸਤੇ 'ਚ ਆਪਾਂ ਨਮਸਕਾਰ ਕਰਕੇ ਲੰਘਦੇ ਹਾਂ, ਜਿੱਥੇ ਸਾਰੀ ਸੰਗਤ ਕਹਿੰਦੀ ਬਾਬਾ ਦੀਪ ਸਿੰਘ ਨੇ ਇੱਥੇ ਸੀਸ ਆਪਣਾ ਰੱਖਿਆ ਸੀ, ਉਹ ਬੁੰਗਾ ਉੱਥੇ ਆ, ਤੇ ਅਸੀਂ ਉੱਥੇ, ਸਾਡੀ ਡਿਊਟੀ ਸੀ। ਅਸੀਂ ਉੱਥੇ ਬੈਠੇ ਸਾਰੀ ਰਾਤ ਦੇ, ਜਦੋਂ ਇਹ ਗੋਲੀ ਚੱਲਣੀ ਸ਼ੁਰੂ ਹੋਈ ਤੇ ਇਸ ਪੁਲਿਸ ਨੇ, ਪ੍ਰਸ਼ਾਸਨ ਨੇ ਬੱਤੀ ਗੁੱਲ ਕਰਤੀ। ਗਰਮੀ ਬੜੀ ਸੀ, ਬੱਤੀ ਗੁੱਲ ਕਰਤੀ ਜਦੋਂ, ਤੇ ਸਾਡੇ ਕੋਲ ਇੱਕ ਟਾਰਚ ਸੀ। ਅਸੀਂ ਵਾਰੀ ਦੋ ਸਿੰਘਾਂ ਨੇ ਟਾਰਚ ਦੇ ਨਾਲ ਹੀ ਅਸੀਂ ਅਖੰਡ ਪਾਠ ਜਿਹੜਾ ਸੀ ਅਸੀਂ ਕੀਤਾ। ਹਾਂ, ਮਤਲਬ ਗੁਰੂ ਦੀ ਕਿਰਪਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਇਹੋ ਜਿਹੀ ਮਿਹਰ ਹੋਈ, ਟਾਰਚ ਵੀ ਖਤਮ ਨਹੀਂ ਹੋਈ। ਪਤਾ ਨਹੀਂ ਕੀ ਭਾਣਾ ਵਾਪਰਿਆ, ਤਾਂ ਗੁਰੂ ਰਾਮਦਾਸ ਦੱਸ ਸਕਦੇ ਆ, ਸਾਨੂੰ ਤਾਂ ਨਹੀਂ ਪਤਾ ਇਹਨਾਂ ਗੱਲਾਂ ਦਾ। ਦੋ ਸਿੰਘਾਂ ਦੇ ਕੋਲ ਅਸੀਂ ਵਾਰੋ ਵਾਰੀ। ਅੱਛਾ, ਤੁਸੀਂ ਉਦੋਂ ਗ੍ਰੰਥੀ ਸਿੰਘ ਸੀਗੇ? ਨਹੀਂ, ਮੈਂ ਗ੍ਰੰਥੀ ਸਿੰਘ ਨਹੀਂ ਸੀ, ਈਵਨ ਉੱਥੇ ਅਸੀਂ ਬਾਗੀ ਸਿੰਘ ਸੀ, ਭਗੌੜੇ ਸੀ, ਤੇ ਅਸੀਂ ਉੱਥੇ ਸ਼ਰਨ ਲਈ ਹੋਈ ਸੀ। ਪਰ ਸਾਨੂੰ ਉੱਥੇ ਗਿਆਨੀ ਪੂਰਨ ਸਿੰਘ ਨੇ, ਉਸ ਆਪਣੇ ਜਿਹੜਾ ਬੁੰਗਾ ਹੈ, ਸਾਨੂੰ ਉੱਥੇ ਉਹਨਾਂ ਬਿਠਾ ਦਿੱਤਾ ਵੀ ਤੁਸੀਂ ਸਿੰਘੋ ਇੱਥੇ ਲੁੱਕ ਕੇ ਬੈਠ ਜਾਓ। ਦਿਨ ਚੜ੍ਹਿਆ, ਚਿੱਟਾ ਦਿਨ ਚੜ੍ਹ ਗਿਆ,
ਤੇ ਸਾਨੂੰ ਬਾਥਰੂਮ ਨੇ ਜ਼ੋਰ ਬੜਾ ਪਾਇਆ ਤੇ ਭਾਈ ਬਲਵੰਤ ਸਿੰਘ ਕਹਿੰਦੇ ਅੰਗਰੇਜ਼ ਸਿੰਘ ਵੀ ਆਪਾਂ ਨੂੰ ਬਾਥਰੂਮ ਬਹੁਤ ਜ਼ਿਆਦਾ ਆਇਆ ਤੇ ਫਿਰ ਆਪਾਂ ਇੱਥੇ ਗੁਰੂ ਸਾਹਿਬ ਕਿਰਪਾ ਕਰਨ ਵੀ ਆਪਾਂ ਥੱਲੇ ਬਾਥਰੂਮ ਜ਼ਰੂਰ ਕਰਕੇ ਆਉਣਾ। ਤੇ ਮੈਂ ਕਿਹਾ ਆਪਾਂ ਉੱਤੇ ਤਾਂ ਕਰਨਾ ਨਹੀਂ ਤੇ ਜਾਣਾ ਥੱਲੇ ਹੀ ਆ, ਜੋ ਹੋਵੇਗਾ ਵੇਖੀ ਜਾਏਗੀ। ਬਲਵੰਤ ਸਿੰਘ ਕਹਿੰਦਾ ਅੰਗਰੇਜ਼ ਸਾਹਿਬ ਚੱਲ ਪਹਿਲਾਂ ਤੂੰ ਜਾ, ਮੈਨੂੰ ਖੜਕ ਸਿੰਘ ਕਹਿੰਦੇ ਜ਼ਿਆਦਾ, ਖੜਕਾ ਨਾਂ ਸੀ ਮੇਰਾ ਉੱਥੇ ਜਥੇ ਵਿੱਚ, ਤੇ ਖੜਕ ਸਿੰਘ ਦੇ ਨਾਂ ਤੋਂ ਮੈਂ ਜ਼ਿਆਦਾ ਮਸ਼ਹੂਰ ਸੀ। ਕਹਿੰਦੇ ਖੜਕਿਆ ਚੱਲ ਤੂੰ ਜਾ। ਮੈਂ ਹੌਲੀ ਹੌਲੀ ਗੁਰੂ ਰਾਮਦਾਸ ਦਾ ਆਸਰਾ ਲਿਆ, ਥੱਲੇ ਗਿਆ ਪੌੜੀਆਂ ਉਤਰ ਕੇ। ਤੇ ਜਦੋਂ ਬੁੰਗਾ ਤੋਂ ਉਤਰ ਕੇ ਥੱਲੇ ਜਾਈਏ ਤੇ ਨਾਲ ਹੀ ਅਗਲੇ ਬੰਨੇ ਡਿਉੜੀ ਹੈ ਤੇ ਡਿਉੜੀ ਤੇ ਪਾਸ ਕਰਕੇ ਬਾਥਰੂਮ ਨੇ। ਜਦੋਂ ਮੈਂ ਪੌੜੀਆਂ ਚੜ੍ਹ ਕੇ ਉੱਤੇ ਗਿਆ, ਥੱਲੇ ਪਰਿਕਰਮਾ ਦੇ ਵਿੱਚ ਪੁਲਿਸ ਬੜੀ, CRP ਬਹੁਤ ਜ਼ਿਆਦਾ। ਸਾਨੂੰ ਕਿਸੇ ਨੇ ਬੁਲਾਇਆ ਹੀ ਨਹੀਂ, ਕਿਸੇ ਨੇ ਵੇਖਿਆ ਨਹੀਂ, ਕਿਸੇ ਨੇ ਬੁਲਾਇਆ ਨਹੀਂ ਮੈਨੂੰ। ਮੈਂ ਕਿਸੇ ਨੂੰ ਨਹੀਂ ਬੁਲਾਇਆ, ਮੈਨੂੰ ਕਿਸੇ ਨੇ ਨਹੀਂ ਬੁਲਾਇਆ। ਮੈਂ ਜਾ ਕੇ ਗਿਆ, ਬਾਥਰੂਮ ਕੀਤਾ, ਬਾਥਰੂਮ ਕਰਕੇ ਹੱਥ ਮੂੰਹ ਧੋ ਕੇ ਪੰਜ ਇਸ਼ਨਾਨਾਂ ਕਰਕੇ, ਇਸ਼ਨਾਨ ਨਹੀਂ ਕੀਤਾ, ਪੰਜ ਇਸ਼ਨਾਨਾਂ ਕਰ ਲਈਆਂ ਤੇ ਮੈਂ ਫਿਰ ਉੱਤੇ ਆ ਗਿਆ। ਸਮਾਂ ਇਸ ਤਰ੍ਹਾਂ ਦਾ ਅਸੀਂ ਕਰਦੇ ਕੀ, ਮਗਰੇ ਮੁੜ ਕੇ ਬਲਵੰਤ ਸਿੰਘ ਗਿਆ, ਉਸੇ ਤਰ੍ਹਾਂ ਬਲਵੰਤ ਸਿੰਘ ਮੁੜ ਕੇ ਆ ਗਿਆ। ਅਸੀਂ ਅਖੰਡ ਪਾਠ ਕਰ ਲਿਆ। ਉੱਧਰ ਗਿਆਨੀ ਪੂਰਨ ਸਿੰਘ ਨੂੰ ਕਿਸੇ ਨੇ ਦੱਸ ਦਿੱਤਾ, ਕਹਿੰਦੇ ਵੀ ਤੇਰਾ ਦੋ ਸਿੰਘ ਰਾਤ ਦੇ ਬੈਠੇ ਨੇ ਬੁੰਗੇ ਸਾਹਿਬ ਤੇ ਉਹਨਾਂ ਦੀ ਸਾਰ ਕਿਸੇ ਨੇ ਲਈ, ਪਤਾ ਕਰੋ ਵੀ ਉੱਥੇ ਅਖੰਡ ਪਾਠ ਸਾਹਿਬ ਆਰੰਭ ਚੱਲ ਰਿਹਾ ਹੈ ਕਿ ਕੀ ਬਾਤ ਹੋ ਰਹੀ ਹੈ। ਸੱਚਖੰਡ ਵਾਸੀ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਬੜੇ ਸਤਿਕਾਰਯੋਗ ਸ਼ਖਸੀਅਤ ਸੀ, ਪੰਥ ਦੀ ਮਹਾਨ ਸ਼ਖਸੀਅਤ ਸੀ। ਸਿਰ ਸਜਦਾ ਉਹਨਾਂ ਨੂੰ, ਝੁਕਦਾ ਸਿਰ ਸਾਡਾ ਅੱਜ ਵੀ ਉਹਨਾਂ ਨੂੰ। ਦੁਨੀਆ ਵਾਸਤੇ ਪਤਾ ਨਹੀਂ ਕੀ ਹੋਣਗੇ, ਉਹ ਦੁਨੀਆ ਜਾਣਦੀ, ਪਰ ਅਸੀਂ ਉਹਨਾਂ ਨੂੰ ਸਿਰ ਝੁਕਾਉਣੇ ਅੱਜ ਵੀ, ਬੜੀ ਸਤਿਕਾਰ ਨਾਲ ਝੁਕਾਉਣੇ ਆ। ਉਹ ਆਏ ਉੱਤੇ ਪੌੜੀਆਂ ਦੇ, ਆਣ ਕੇ ਸਾਨੂੰ ਉਹਨਾਂ ਨੇ ਫਤਿਹ ਬੁਲਾਈ। ਤੇ ਉਹ ਜਿਹੜਾ ਸਿੰਘ ਭਾਈ ਬਲਵੰਤ ਸਿੰਘ ਜੀ ਉਦੋਂ ਪਾਠ ਕਰਦੇ ਪਏ ਸੀ ਤੇ ਮੈਂ ਉਹਨਾਂ ਦੇ ਕੋਲ ਬੈਠਾ। ਮੈਂ ਉੱਠ ਕੇ ਫਤਿਹ ਬੁਲਾਈ ਤੇ ਉਹਨਾਂ ਨੇ ਵੀ ਫਤਿਹ ਬੁਲਾਈ। ਕਹਿੰਦੇ ਸਿੰਘੋ ਵੀ ਤੁਸੀਂ ਰਾਤ ਦੇ ਬੈਠੇ ਜੇ ਤੇ ਕੋਈ ਤੁਹਾਨੂੰ ਖਾਣ ਪੀਣ ਨੂੰ, ਕੋਈ ਚਾਹ ਪੀਣੀ ਕੁਛ ਮਿਲਿਆ? ਮੈਂ ਚਾਹ ਪੀਣੀ ਸਰਕਾਰ ਦੇ ਰਹੀ ਹੈ, ਸਭ ਕੁਝ ਦੇ ਰਹੀ ਸਰਕਾਰ, ਬੜਾ ਕੁਝ ਵੇਖ ਰਹੇ ਹਾਂ। ਕਹਿੰਦੇ ਹੁਣ ਕੀ ਇਰਾਦਾ? ਅਸੀਂ ਹੱਥ ਜੋੜ ਕੇ ਬੇਨਤੀ ਕੀਤੀ ਵੀ ਸਾਨੂੰ ਕੱਢੋ ਇੱਥੋਂ, ਜਿਵੇਂ ਵੀ ਅਸੀਂ ਨਿਕਲ ਸਕਦੇ ਸਾਨੂੰ ਕੱਢੋ। ਕਹਿੰਦੇ ਠੀਕ ਹੈ। ਉਹਨਾਂ ਨੇ ਸਿੰਘ ਇੱਕ ਮੰਗਾਇਆ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਸੀ। ਅਸੀਂ ਤਾਂ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਨਹੀਂ ਸੀ। ਉਹਨਾਂ ਮੁਲਾਜ਼ਮ ਲਿਆਂਦਾ, ਉਹ ਉੱਥੇ ਉਸੇ ਤਰ੍ਹਾਂ ਪੰਗਤੀ ਜਿਵੇਂ ਗੁਰੂ ਸਾਹਿਬ ਦੀ ਆਪਾਂ ਲੈ ਕੇ ਅੱਗੇ ਗ੍ਰੰਥੀ ਸਿੰਘ ਚੱਲਦਾ, ਉਹ ਗ੍ਰੰਥੀ ਸਿੰਘ ਬੈਠ ਗਿਆ। ਸਾਨੂੰ ਉਹਨਾਂ ਨੇ ਅਕਾਲ ਤਖਤ ਸਾਹਿਬ 'ਤੇ ਲੈ ਗਏ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ। ਉੱਥੇ ਮੈਨੂੰ ਯਾਦ ਏ, ਮੈਂ ਨਾਂ ਨਹੀਂ ਭੁੱਲ ਗਿਆ, ਚਿਰ ਬੜਾ ਹੋ ਗਿਆ, ਕਾਫੀ 35 ਸਾਲ ਦਾ ਸਮਾਂ ਹੋ ਗਿਆ, ਕੋਈ ਛੋਟੀ ਮੋਟੀ ਗੱਲ ਨਹੀਂ ਗੀ। ਉੱਥੇ ਇੱਕ ਪਾਪਾ ਸਿੰਘ ਸੀ ਤੇ ਉਹ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਦਾ ਉਹ ਰਿਸ਼ਤੇਦਾਰ ਸੀ। ਉਹਨੂੰ ਕਹਿੰਦੇ ਨਾਂ ਲੈ ਕੇ, ਪਤਾ ਨਹੀਂ ਕੀ ਨਾਂ ਲਿਆ ਉਹਨਾਂ ਨੇ, ਕਹਿੰਦੇ ਵੀ ਤੂੰ ਉਸ ਵਕਤ ਉਹਦੀ ਉਮਰ ਸਾਡੇ ਨਾਲ ਜਿਵੇਂ ਅੱਜ ਤੁਸੀਂ ਉਹ ਤਾਂ ਮੈਂ ਬੈਠੇ ਹਾਂ, ਇੰਨਾ ਫਰਕ ਸੀ। ਅਸੀਂ ਉਦੋਂ ਬੱਚੇ ਸੀ ਤੇ ਉਹ ਸਾਡੇ ਨਾਲੋਂ ਵੱਡੇ, ਸਾਡੇ ਪਿਤਾ ਸਮਾਨ ਸੀ। ਅੱਜ ਤਾਂ ਸੰਸਾਰ ਤੇ ਖਰ ਕਿੱਥੋਂ ਹੋਣੇ ਵਿਚਾਰੇ ਉਹ। ਕਹਿੰਦੇ ਵੀ ਨਾਂ ਲੈ, ਕਹਿੰਦੇ ਵੀ ਇਹਨਾਂ ਸਿੰਘਾਂ ਨੂੰ ਆਪਦੇ ਘਰ ਰਹਿ ਜਾ ਤੇ ਇਸ਼ਨਾਨ ਪਾਣੀ ਕਰਵਾ ਕੇ ਨਾ ਤੇ ਇਹਨਾਂ ਸਿੰਘਾਂ ਨੇ ਮਹਿਤੇ ਜਾਣਾ ਤੇ ਤੂੰ ਇਹਨਾਂ ਨੂੰ ਮਹਿਤੇ ਲਿਬਾਸ ਤੇ ਬਿਠਾਉਣਾ, ਇਹ ਡਿਊਟੀ ਤੇਰੀ ਹੈ। ਕਹਿੰਦਾ 7 ਵਜਨ ਜੀ। ਉਹ ਅੱਗੇ ਅੱਗੇ ਤੁਰ ਪਿਆ ਤੇ ਪੁਲਿਸ ਪਰਿਕਰਮਾ ਦੇ ਵਿੱਚ ਬਹੁਤ ਜ਼ਿਆਦਾ ਹੈ, ਰਸਤੇ ਵਿੱਚ ਵੀ ਬਹੁਤ ਜ਼ਿਆਦਾ। ਸਾਨੂੰ ਰੱਬ ਦੀ ਕਿਰਪਾ ਨਾਲ ਕਿਸੇ ਨੇ ਬੁਲਾਇਆ ਹੀ ਨਹੀਂ, ਸਾਨੂੰ ਨਹੀਂ ਕਿਸੇ ਨੇ ਪੁੱਛਿਆ ਵੀ ਤੁਸੀਂ ਕੌਣ ਜੇ, ਕਿੱਥੋਂ ਆਏ ਜੇ, ਕੀ ਗੱਲਬਾਤ ਆ। ਉਹ ਅੱਗੇ ਅੱਗੇ ਤੁਰ ਪਿਆ ਸੀ, ਉਹਦੇ ਮਗਰ ਤੁਰੇ ਜਾਂਦੇ, ਮੈਂ ਤੇ ਭਾਈ ਬਲਵੰਤ ਸਿੰਘ। ਸਾਨੂੰ ਉਹ ਘਰ ਲੈ ਗਿਆ। ਉਹ ਘਰ ਲੈ ਗਿਆ ਤੇ ਅਸੀਂ ਉੱਥੇ ਜਾ ਕੇ ਸਾਨੂੰ ਜਲ ਪਾਣੀ ਛਕਾਇਆ, ਉਹਨੇ ਇਸ਼ਨਾਨ ਪਾਣੀ ਕੀਤਾ। ਸਾਨੂੰ ਉਸ ਸਿੰਘ ਨੇ ਆਪਦਾ ਸਕੂਟਰ ਉਦੋਂ ਦੇ ਸੀ ਉਹਦੇ ਕੋਲ ਬਜਾਜ ਜੀ, ਸਾਨੂੰ ਬਿਠਾ ਕੇ ਸਕੂਟਰ ਤੇ ਵੱਲੇ ਵੇਰਕੇ ਵਾਲੀ ਜਿਹੜੀ ਜਗ੍ਹਾ ਜਿੱਥੋਂ ਬੱਸਾਂ ਚੱਲਦੀਆਂ ਨੇ ਮਹਿਤੇ ਸ੍ਰੀ ਹਰਿਗੋਬਿੰਦਪੁਰ ਸਾਹਿਬ ਨੂੰ, ਸਾਨੂੰ ਉੱਥੇ ਛੱਡ ਆਇਆ। ਅਸੀਂ ਬੱਸ 'ਤੇ ਬਹਿ ਕੇ ਮਹਿਤੇ ਚਲੇ ਗਏ ਤੇ ਸਾਡੇ ਮਹਿਤੇ ਜਾਂਦੇ ਨੇ ਭਾਈ ਮਨਜੀਤ ਸਿੰਘ ਜੀ ਖੇਮ ਕਰਨ ਵਾਲੇ, ਭਾਈ ਲੱਖਾ ਸਿੰਘ ਦੇ ਭਚੰਗੀ। ਭਾਈ ਲੱਖਾ ਸਿੰਘ ਜੀ ਇੱਕ ਸਤਿਕਾਰਯੋਗ ਸ਼ਖਸੀਅਤ ਨੇ, ਦਮਦਮੀ ਟਕਸਾਲ ਦੇ, ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਦੇ ਬਾਡੀਗਾਰਡ ਸੀ। ਉਹਨਾਂ ਦੇ ਨਾਲ ਰਹਿੰਦੇ 24 ਘੰਟੇ, ਉਹ ਸੀ ਉਹ। ਉਹਨਾਂ ਦੇ ਸਪੁੱਤਰ ਭਾਈ ਮਨਜੀਤ ਸਿੰਘ ਜੀ ਤੇ ਉਹ ਉੱਥੇ ਸਾਡੇ ਨਾਲ ਟਕਸਾਲ 'ਚ ਪੜ੍ਹਦਾ ਸੀ ਮਹਿਤੇ। ਉਦੋਂ ਮਹਿਤੇ ਖਬਰ ਮਿਲ ਗਈ ਵੀ ਭਾਈ ਅੰਗਰੇਜ਼ ਸਿੰਘ ਨੂੰ ਗੋਲੀ ਵੱਜ ਗਈ। ਉਹਨਾਂ ਨੂੰ ਪਤਾ ਲੱਗਾ ਵੀ ਉਹਨਾਂ ਨੂੰ ਗੋਲੀ ਵੱਜ ਗਈ, ਉਹ ਸ਼ਹੀਦ ਹੋ ਗਏ ਨੇ। ਉੱਥੇ ਮਹਿਤੇ ਇਹ ਗੱਲ ਪ੍ਰਚਲਿਤ ਹੋ ਗਈ ਤੇ ਆਪਣੇ ਪਿੰਡ ਬੱਗੇ ਪਿੱਪਲ ਵੀ ਇੱਥੇ ਖਬਰ ਆ ਗਈ ਵੀ ਉਹ ਤਾਂ ਭਾਈ ਅੰਗਰੇਜ਼ ਸਿੰਘ ਦਾ ਸ਼ਹੀਦ ਹੋ ਗਿਆ, ਉਹਨਾਂ ਨੂੰ ਗੋਲੀ ਵੱਜ ਗਈ। ਇੱਥੇ ਹੀ ਪੂਰਾ ਪੈ ਗਿਆ, ਪਿੰਡ ਸਾਰਾ ਇਕੱਠਾ ਹੋ ਗਿਆ। ਤੁਹਾਡਾ ਸੱਥਰ ਵਿੱਚ ਕੇ ਘਰ 'ਚ ਵਿਛ ਗਿਆ। ਉੱਥੇ ਮਹਿਤੇ ਵੀ ਉਹ ਸਿੰਘ ਕਹਿੰਦੇ ਵੀ ਅੰਗਰੇਜ਼ ਸਿੰਘ ਨੂੰ ਸ਼ਹੀਦ ਹੋ, ਖੜਕ ਸਿੰਘ ਸ਼ਹੀਦ ਹੋ ਗਿਆ ਤੇ ਆਪਾਂ ਉਹਦਾ ਅਖੰਡ ਪਾਠ ਰੱਖਣਾ। ਇਹ ਭਾਈ ਮਨਜੀਤ ਸਿੰਘ ਅੱਜ ਵੀ ਜਿਉਂਦੇ ਆ, ਅੱਜ ਵੀ ਹੈਗੇ ਆ ਉੱਥੇ, ਆਪਣੇ ਖੇਮ ਕਰਨ ਆਪਦੇ ਘਰ ਰਹਿੰਦੇ ਹੋਏ ਨੇ। ਤੇ ਚਾਚਾ ਜੀ ਦਾ ਮਤਲਬ ਚੜ੍ਹਾਈ ਕਰਕੇ ਉਹਨੂੰ ਅਟੈਕ ਹੋ ਗਿਆ ਸੀ, ਬਾਅਦ ਵਿੱਚ ਥੋੜ੍ਹਾ ਸਮਾਂ ਹੋਇਆ ਜੀ, ਚਾਚਾ ਲੱਖਾ ਸਿੰਘ ਜੀ। ਤੇ ਬੜਾ ਪਰਿਵਾਰ ਚੜ੍ਹਦੀ ਕਲਾ ਵਾਲਾ ਹੈ। ਉਹਨਾਂ ਦੀ ਵੀ ਕਿਤੇ ਤੁਸੀਂ ਮਤਲਬ ਵੀ ਇੰਟਰਵਿਊ ਲਓ ਤਾਂ ਤੁਹਾਨੂੰ ਪਤਾ ਲੱਗੇਗਾ।
ਬਹੁਤ ਜ਼ਿਆਦਾ ਤਸ਼ੱਦਦ ਚੱਲਿਆ। ਐਡੀ ਵੱਡੀ ਕੁਰਬਾਨੀ ਉਹਨੂੰ ਉਸ ਪਰਿਵਾਰ ਦੀ, ਬੜੀ ਵੱਡੀ ਦੇਣ ਹੈ ਪੰਥ ਨੂੰ ਉਸ ਪਰਿਵਾਰ ਦੀ। ਮੈਂ ਜੇ ਚਾਹਾਂ ਤਾਂ ਉਸ ਪਰਿਵਾਰ ਅੱਗੇ ਮੇਰਾ ਸਿਰ ਝੁਕਦਾ ਹੈ। ਬੜੀ ਦੇਣ ਹੈ ਪੰਥ ਨੂੰ ਉਹਨਾਂ ਦੀ, ਤੇ ਤਸ਼ੱਦਦ ਤੇ ਕੁਰਬਾਨੀ ਵਾਲਾ ਤਾਂ ਕੋਈ ਮੁੱਲ ਹੀ ਨਹੀਂ। ਉਹ ਭਾਈ ਮਨਜੀਤ ਸਿੰਘ ਅਰਦਾਸ ਕਰਨ ਲੱਗਾ ਸੀ ਮੇਰੇ ਅਖੰਡ ਪਾਠ ਆਰੰਭ ਕਰਨ ਦੀ ਉੱਥੇ ਮਹਿਤੇ। ਮਹਿਤੇ ਅਖੰਡ ਪਾਠ ਦੀ ਆਰੰਭ ਦੀ ਅਰਦਾਸ ਕਰਨ ਲੱਗੇ, ਭਾਈ ਅੰਗਰੇਜ਼ ਸਿੰਘ ਜੀ ਸ਼ਹੀਦ ਹੋ ਗਏ ਨੇ ਤੇ ਅਖੰਡ ਪਾਠ ਆਰੰਭ ਕਰ ਦਈਏ। ਉਧਰੋਂ ਅਸੀਂ ਚਲੇ ਗਏ, ਮੈਂ ਤੇ ਭਾਈ ਬਲਵੰਤ ਸਿੰਘ ਚਲੇ ਗਏ। ਉੱਥੇ ਪਤਾ ਲੱਗਾ ਕਹਿੰਦੇ ਅੰਗਰੇਜ਼ ਸਿੰਘ ਦਾ ਉਹ ਆ ਗਿਆ, ਕਹਿੰਦੇ ਅੰਗਰੇਜ਼ ਸਿੰਘ ਦਾ ਆ ਗਿਆ, ਚਲੋ ਅਖੰਡ ਪਾਠ ਜੇ ਆਰੰਭ ਕਰਨਾ ਸੀ ਆਰੰਭ ਨਾ ਕੀਤਾ ਗਿਆ। ਉੱਥੋਂ ਮੈਨੂੰ ਪਤਾ ਲੱਗਾ ਕਹਿੰਦੇ ਵੀ ਅੰਗਰੇਜ਼ ਸਿੰਘ ਵੀ ਉੱਥੇ ਮਾਤਾ ਨੂੰ ਖਬਰ ਮਿਲੀ ਹੈ, ਪਿੰਡ ਪਤਾ ਲੱਗਾ ਵੀ ਅੰਗਰੇਜ਼ ਸਿੰਘ ਸ਼ਹੀਦ ਹੋ ਗਿਆ ਤੇ ਤੁਹਾਡੇ ਉੱਥੇ ਸੱਤਰ ਵਿਛਿਆ। ਚਲੋ ਥੋੜ੍ਹਾ ਜਿਹਾ ਮੁਸਕਰਾਹਟ ਆਈ ਵੀ ਆਪਾਂ ਤਾਂ ਜਿਉਂਦੇ ਫਿਰਦੇ ਆ, ਹੱਸਦੇ ਆ, ਤੇ ਮਾਤਾ ਨਹੀਂ ਉਹ ਤਾਂ ਟੈਨਸ਼ਨ 'ਚ ਹੋਣਗੇ ਬਹੁਤ ਜ਼ਿਆਦਾ। ਤੇ ਸਾਡੇ ਉੱਥੇ ਜਥੇਦਾਰ ਦੀ ਮਾਤਾ ਘਮਾਣ ਵਾਲੀ, ਉਹ ਮਾਈ ਘਮਾਣ ਵਾਲੀ ਕਰਕੇ ਵਾਈ। ਤੁਹਾਡਾ ਪਿਛੋਕੜ ਕਿਹੜਾ ਹੈ, ਪਿੰਡ ਤੁਹਾਡਾ ਕਿੱਥੇ ਹੈ? ਜ਼ਿਲ੍ਹਾ ਫਿਰੋਜ਼ਪੁਰ। ਤੇ ਉੱਥੇ ਉਹ ਮਾਤਾ ਸਾਡੇ ਕੋਲ ਰਹਿੰਦੀ, ਉਹਨਾਂ ਦਾ ਬੱਚਾ ਰਹਿੰਦਾ, ਉਹ ਮਾਈ ਘਮਾਣ ਵਾਲੀ ਵੱਜਦੀ ਸੀ। ਮੈਂ ਉਹ ਮਾਤਾ ਨੂੰ ਕਿਹਾ, ਮੈਂ ਕਿਹਾ ਮਾਤਾ ਹੁਣ ਪਰ ਇਹ ਮੋਰਚਾ ਤੂੰ ਫਤਿਹ ਕਰ। ਕਹਿੰਦੀ ਪੁੱਤ ਕੀ ਕਰਾਂ। ਮੈਂ ਕਿਹਾ ਪਿੰਡ ਤੂੰ ਜਾ, ਹੁਣ ਕੁਰਬਾਨੀ ਤੈਨੂੰ ਕਰਨੀ ਪੈਣੀ ਆ। ਕਿਉਂ ਸਾਨੂੰ ਤਾਂ ਪੁਲਿਸ ਨੇ, ਮੈਨੂੰ ਤਾਂ ਮੈਂ ਤਾਂ ਪਿੰਡ ਜਾ ਨਹੀਂ ਸਕਦਾ, ਪਿੰਡ ਕਿਸ ਤਰ੍ਹਾਂ ਜਾਵਾਂ, ਪੁਲਿਸ ਤਾਂ ਮੇਰੇ ਚਾਰ ਸਵੇਰੇ ਮਗਰ ਲੱਗੀ ਹੈ ਤੇ ਮੈਂ ਨਹੀਂ ਜਾ ਸਕਦਾ। ਕਹਿੰਦੀ ਚਲੋ ਮੈਂ ਜਾਨੀ। ਬਾਬਾ ਜੀ ਨੇ ਉਹਨਾਂ ਨੂੰ ਕਿਹਾ ਤੇ ਉਹ ਉੱਥੋਂ ਸਿੰਘਾਂ ਨੇ ਕਿਹਾ ਤੇ ਉਹ ਚਲੇ ਗਏ, ਨਾਲ ਇੱਕ ਹੋਰ ਮਾਈ ਲਈ ਤੇ ਇੱਥੇ ਪਿੰਡ ਆ ਗਏ ਮਹਿਤੇ ਬੱਗੇ ਬੁਲਾ ਗਏ। ਜਦੋਂ ਆਏ ਤਾਂ ਸਾਡੇ ਘਰ ਸੱਤਰ ਵਿਛਿਆ ਸੀ, ਸੰਗਤ ਆਉਂਦੀ ਜਾਂਦੀ ਸੀ ਮਾਤਾ ਨਾਲ ਅਫਸੋਸ ਕਰਨ ਨੂੰ ਵੀ ਇਸ ਤਰ੍ਹਾਂ ਕਰਕੇ ਵੀ ਸਿੰਘ ਸ਼ਹੀਦ ਹੋ ਗਿਆ ਤੇ ਮਾੜੀ ਹੋਈ। ਕੋਈ ਚੰਗਾ ਕੋਈ ਮਾੜਾ, ਜਿਸ ਤਰ੍ਹਾਂ ਕਿਸੇ ਨੂੰ ਹਿਸਾਬ ਹੁੰਦਾ ਉਸ ਤਰ੍ਹਾਂ ਗੱਲ ਕੀਤੀ ਜਾਂਦਾ। ਉਹ ਮਾਤਾ ਜਦੋਂ ਆਈ ਤੇ ਮਾਤਾ ਨੇ ਉੱਥੇ ਵੇਖਿਆ ਸੀ ਉਹਨੂੰ, ਮਾਈ ਨੂੰ। ਮਾਤਾ ਉੱਠ ਕੇ ਮਿਲੀ, ਕਹਿੰਦੀ ਮਾਈ ਤੂੰ ਇੱਥੇ ਕਿਵੇਂ? ਕਹਿੰਦੀ ਸੱਤਰ ਚੁੱਕ ਦੇ, ਤੇਰਾ ਪੁੱਤ ਹੈਗਾ ਹੈ, ਉਹ ਤਾਂ ਮਹਿਤੇ ਪਹੁੰਚ ਗਿਆ। ਕਹਿੰਦੀ ਸੱਚ? ਕਹਿੰਦੀ ਸੱਚ ਅੰਗਰੇਜ਼ ਸਿੰਘ ਹੈਗਾ ਜੇ ਸ਼ਹੀਦ ਨਹੀਂ ਹੋਇਆ। ਉਹ ਉੱਥੇ ਬਾਬਾ ਜੀ ਕੋਲ ਮਹਿਤੇ ਪਹੁੰਚ ਗਿਆ। ਚਲੋ ਖੁਸ਼ੀ ਦੀ ਲਹਿਰ ਤਾਂ ਕੁਦਰਤੀ ਹੋਣੀ ਸੀ ਵੀ ਮੇਰਾ ਪੁੱਤ ਜਿਉਂਦਾ ਅਜੇ, ਦੋਵੇਂ ਪੁੱਤ ਜਿਉਂਦੇ ਨੇ ਜੇ। ਤੇ ਭਾਈ ਸੁਦੇਸ਼ ਸਿੰਘ ਉੱਥੇ ਸੀ ਮੇਰੇ ਤੋਂ ਵੱਡੇ, ਜਿਹੜੇ ਬਾਅਦ 'ਚ ਸ਼ਹੀਦ ਹੁੰਦੇ ਆ, ਉਹ ਵੀ ਹੈਗੇ ਸੀ। ਚਲੋ ਅਸੀਂ ਉੱਥੇ ਰਹਿੰਦੇ ਰਹੇ। ਸਮੇਂ ਨੇ ਕਰਵਟ ਲਈ। ਸਨ ਬੇਟਾ 86 ਦੇ ਵਿੱਚ ਮੈਨੂੰ ਪੁਲਿਸ ਨੇ ਅਰੈਸਟ ਕਰ ਲਿਆ ਤਰਸਿੱਕੇ ਤੋਂ। ਅਸੀਂ ਉੱਥੇ ਗਏ ਤੇ ਪੁਲਿਸ ਨੇ ਮੈਨੂੰ ਕਿ ਉੱਥੇ ਘੇਰਾ ਪਾਇਆ ਤੇ ਦੋ ਤਿੰਨ ਸਿੰਘ ਹੋਰ ਸੀ ਨਾ, ਉਹ ਕਿਤੇ ਆਸੇ ਪਾਸੇ ਹੋ ਗਏ ਤੇ ਮੈਂ ਦੋ ਕੰਧਾਂ ਟੱਪੀਆਂ ਤੇ ਤੀਜੀ ਕੰਧ ਤੇ ਮੈਂ ਛਾਲ ਮਾਰੀ ਤੇ ਉਹਨਾਂ ਦੇ ਅੱਗੇ ਡਿੱਗ ਪਿਆ ਮੈਂ। ਚਲੋ ਮੈਂ ਅਰੈਸਟ ਹੋ ਗਿਆ। ਅਰੈਸਟ ਕਰਕੇ ਤੇ ਮੈਨੂੰ ਲੈ ਗਏ ਮਹਿਤੇ ਥਾਣੇ। ਜਾਂਦਿਆਂ ਪਰ ਜੋ ਤਸ਼ੱਦਦ ਦਾ ਦੌਰ ਚੱਲਿਆ ਮੇਰੇ ਤੇ, ਬਿਆਨ ਕਰਨਾ ਬੇਟਾ ਜੀ ਬਹੁਤ ਔਖਾ ਹੈ। ਉਹ ਜਿਹੜੀ ਘੜੀ ਨਾ, ਉਹ ਪਲ ਜਿਹੜੇ ਤਸ਼ੱਦਦ ਦੇ ਬੜੇ ਔਖੇ ਨੇ ਮੇਰੇ ਵਾਸਤੇ। ਕਿਹੜੀ ਤੁਹਾਨੂੰ ਉਸ ਵੇਲੇ ਜੇਲ੍ਹ 'ਚ ਰੱਖਿਆ ਗਿਆ ਸੀਗਾ? ਮੈਂ ਜੇਲ੍ਹ 'ਚ ਬਾਅਦ 'ਚ ਜਾਣਾ, ਅਜੇ ਤਾਂ ਥਾਣੇ ਫਿਰਦੇ ਆ। ਥਾਣੇ ਦੇ ਵਿੱਚ ਮੈਨੂੰ ਉਹਨਾਂ ਨੇ ਘੱਟੋ ਘੱਟ 20 ਦਿਨ, ਕਦੀ ਮਾਲ ਮੰਡੀ ਅੰਮ੍ਰਿਤਸਰ, ਕਦੀ ਮਹਿਤੇ ਥੋੜ੍ਹਾ ਜਿਹਾ ਰੱਖਿਆ, ਹਫ਼ਤਾ ਕੁ ਰੱਖਿਆ ਉਹਨਾਂ ਨੇ ਮਹਿਤੇ ਮੈਨੂੰ। ਜੋ ਮਹਿਤੇ ਮੇਰੇ ਤੇ ਤਸ਼ੱਦਦ ਹੋਇਆ ਨਾ, ਉੱਥੇ ਇੱਕ ਬਰਾੜ SHO ਸੀ, ਚੱਡੇ ਪਾੜ ਕੇ ਮਾਰ ਡਾਂਗਾ ਉਹਨਾਂ ਨੇ ਮੇਰੇ, ਕਰੰਟ ਲਾ ਕੇ, ਘੋੜਨੇ ਲਾ ਕੇ, ਇੱਥੋਂ ਆ ਬਾਹਾਂ ਜਿਹੜੀਆਂ ਪਿੱਛੇ ਬੰਨ੍ਹ ਦਿੰਦੇ, ਇੱਥੋਂ ਐਂ ਕਰਕੇ ਇੱਥੇ ਬੰਨ੍ਹ ਕੇ ਤੇ ਇਹਨੂੰ ਤਾਂ ਚੁੱਕ ਦੇਣਾ ਸਰੀਰ ਨੂੰ ਤੇ ਗਾਰਡਰ ਨਾਲ ਰੱਸਾ ਪਾ ਦੇਣਾ ਤੇ ਥੱਲੇ ਇੱਟਾਂ ਬੰਨ੍ਹ ਦੇਣੀਆਂ ਤੇ ਆ ਪਿੱਛੋਂ ਬਾਹਾਂ ਪਿੱਛੇ ਇੱਥੇ ਆ ਜਾਂਦੀਆਂ ਸੀ, ਪਿੱਛੋਂ ਇੱਥੇ ਆ ਜਾਂਦੀਆਂ ਸੀ। ਇੰਨਾ ਤਸ਼ੱਦਦ ਬਹੁਤ ਜ਼ਿਆਦਾ, ਈਵਨ ਕਿ ਕਈ ਵਾਰ ਬੰਦਾ ਬੇਹੋਸ਼ ਹੀ ਹੋ ਜਾਂਦਾ ਸੀ। ਤਸ਼ੱਦਦ ਝੱਲਣਾ ਬਹੁਤ ਔਖਾ ਸੀ ਇਹਨਾਂ ਦਾ। ਫਿਰ ਇਕੱਲਾ ਨਿਰਵਸਤਰ ਕਰਕੇ ਇਹ ਨਹੀਂ, ਬੰਦੇ ਨੂੰ ਵੇਚ ਤੇ ਬੜਾ ਕਰਦੇ ਸੀ। ਇੱਕ ਤਾਂ ਕੱਪੜਿਆਂ ਵਿੱਚ ਕੁੱਟਣਾ, ਇੱਕ ਸਾਰਾ ਨਿਰਵਸਤਰ ਕਰ ਦੇਣਾ, ਨੰਗੇ ਨਗੇਜ਼ ਕਰ ਦੇਣਾ, ਇੰਨਾ ਜਲੀਲ ਕਰਨਾ ਉਹਨਾਂ ਨੇ ਕੁੱਟ ਕੇ। ਮੈਨੂੰ ਯਾਦ ਉਹਨਾਂ ਨੇ ਠੰਡ ਦਾ ਪਹਿਲੀ ਪੋਹ ਦਾ ਦਿਨ ਸੀ ਜਦੋਂ ਉਹਨਾਂ ਨੇ ਮੈਨੂੰ ਅਰੈਸਟ ਕੀਤਾ ਸੀ ਤੇ ਮੇਰੇ ਖਿਆਲ 10 ਪੋਹ ਦਾ ਦਿਨ ਮੈਂ ਭੁੱਲ ਨਹੀਂ ਸਕਦਾ। ਇਹਨਾਂ ਨੇ ਮੈਨੂੰ ਮਹਿਤੇ ਥਾਣੇ ਵਾਲਿਆਂ ਨੇ ਅਲਫ ਨੰਗਿਆਂ ਕਰਕੇ ਇਸ ਤਰ੍ਹਾਂ ਇੱਥੇ ਬਲਬ ਲਾਤਾ ਵੱਡਾ, ਇੱਥੇ ਬਲਬ ਲਾਤਾ ਤੇ ਦੋ ਸੰਤਰੀ ਮੇਰੇ ਸਾਹਮਣੇ, ਇੱਕ ਉੱਧਰ ਬਿਠਾਤਾ ਡਾਂਗ ਦੇ ਕੇ, ਇੱਕ ਉੱਧਰ ਬਿਠਾਤਾ ਡਾਂਗ ਦੇ ਕੇ ਵੀ ਸੌਵੇਂ ਨਾ। ਇਹ ਜੇ ਸੌਵੇਂ ਤੇ ਬੰਨ੍ਹ ਤਾਂ ਐਂ ਕਰਕੇ ਮੈਨੂੰ ਇਸ ਤਰ੍ਹਾਂ ਬੰਨਿਆ ਸੀ ਮੈਂ। ਤੇ ਜਦੋਂ ਮਾੜੀ ਜੀ ਕਿਤੇ ਅੱਖ ਲੱਗਦੀ, ਡਾਂਗ ਮੇਰੇ ਪੱਟ ਤੇ ਵੱਜਦੀ ਸੀ ਤੇ ਨਾਲ ਦੀ ਨਾਲ ਜਾਗ ਖੁੱਲ ਜਾਂਦੀ। ਇੱਕ ਤਾਂ ਠੰਡ ਸੀ, ਠੰਡ ਤਾਂ ਪਰ ਮਹਿਸੂਸ ਹੀ ਨਹੀਂ ਹੋ ਰਹੀ ਕਿਉਂਕਿ ਤਸ਼ੱਦਦ ਇੰਨਾ ਜ਼ਿਆਦਾ ਸੀ ਤੇ ਕੋਟੀ ਨਹੀਂ ਪਈ, ਧਿਆਨ ਕੁੱਟ ਵੱਲ ਸੀ, ਤਸ਼ੱਦਦ ਵੱਲ ਹੀ, ਠੰਡ ਵੱਲ ਤਾਂ ਧਿਆਨ ਹੀ ਨਹੀਂ ਸੀਗਾ ਵੀ ਕਿਤੇ ਠੰਡ ਵੀ ਲੱਗਣੀ ਆ। ਉਹ ਦਿਨ ਜਿਹੜਾ ਮੈਂ 10 ਪੋਹ ਦਾ ਮੈਂ ਭੁੱਲ ਨਹੀਂ ਸਕਦਾ। ਉਸ ਤੋਂ ਬਾਅਦ ਇਹਨਾਂ ਮੈਨੂੰ ਜੇਲ੍ਹ 'ਚ ਘੱਲਿਆ।
ਜੇਲ੍ਹ 'ਚ ਘੱਲਿਆ ਤੇ ਨਾਲ ਦੀ ਨਾਲ ਮੇਰਾ ਮਾਲ ਮੰਡੀ ਵਾਲਿਆਂ ਨੇ ਅੰਮ੍ਰਿਤਸਰ ਵਾਲਿਆਂ ਮੇਰਾ ਰਿਮਾਂਡ ਲੈ ਲਿਆ। ਰਿਮਾਂਡ ਲੈ ਲਿਆ ਤੇ ਮਾਲ ਮੰਡੀ ਦੇ ਵਿੱਚ ਜਿਵੇਂ ਮੈਨੂੰ ਫਿਰ ਕੋਹਿਆ ਗਿਆ ਨਾ, ਉਹ ਚੀਜ਼ ਨਹੀਂ ਭੁੱਲ ਸਕਦਾ। ਉੱਥੇ ਐਸਐਸਪੀ ਆਲਮ ਸੀ, ਜਿਹਨੇ ਆਲਮ ਲਵਾਰ ਆਲਮ ਐਸਐਸਪੀ ਜਹਾਰ ਆਲਮ, ਮੇਰੇ ਤੋਂ ਜੋ ਮਾਲ ਮੰਡੀ ਦੇ ਤਸ਼ੱਦਦ ਹੋਇਆ 11-12 ਦਿਨ 12 ਕੁ ਦਿਨ ਦੇ ਤਕਰੀਬਨ, ਤੇ ਮੇਰੇ ਆ ਪੱਟ 'ਚ ਹੀ ਇੱਥੋਂ ਲਾ ਪੱਛ ਜਿਹੜੇ ਥੱਲਿਓਂ ਬਿਲਕੁਲ ਨੰਗਿਆਂ ਕਰਕੇ ਬੁਰਸ਼ ਮਾਰ ਕੇ ਉੱਤੇ ਲੂਣ ਪਾਉਂਦੇ ਰਹੇ ਨੇ। ਮੇਰੇ ਗੁਪਤ ਅੰਗ ਤੇ ਵਲੇੜ ਕੇ ਤਾਰਾਂ ਡੈਨਮੋ ਨਾਲ ਕਰੰਟ ਲਾਉਂਦੇ ਨੇ, ਇੱਥੇ ਕਰੰਟ ਲਾ, ਅੱਖਾਂ ਦੇ ਲਾ, ਬਹੁਤ ਪੁੱਠਿਆਂ ਕਰਕੇ ਇੱਕ ਡਾਂਗ ਇੱਥੇ ਰੱਸਾ ਬੰਨ੍ਹ ਕੇ ਆਹ ਚੀਜ਼ 'ਤੇ ਰੱਸਾ ਬੰਨ੍ਹ ਲੈਂਦੇ ਆ ਤੇ ਵਿੱਚੋਂ ਡਾਂਗ ਕੱਢ ਕੇ ਤੇ ਐਂ ਕਰ ਲੈਂਦੇ ਆ, ਇੱਕ ਉੱਧਰ ਖਲੋ ਜਾਂਦਾ ਇੱਕ ਉੱਧਰ ਖਲੋ ਜਾਂਦਾ, ਤੇ ਫਿਰ ਡਾਂਗ ਜਿਵੇਂ ਪੁਰਾਤਨ ਸਮੇਂ 'ਚ ਬੀਬੀਆਂ ਕੱਪੜੇ ਨਹੀਂ ਧੋਂਦੀਆਂ, ਥਾਪਾ ਮਾਰਦੀਆਂ, ਇੱਕ ਉਹ ਮਾਰਦੀ ਇੱਕ ਉਹ ਮਾਰਦੀ, ਉਸ ਤਰ੍ਹਾਂ ਡਾਂਗਾਂ ਵੱਜਦੀਆਂ ਪੈਰਾਂ 'ਚ। ਫਿਰ ਬਹੁਤ ਮੰਦੀ ਹਾਲਤ ਕਰਦੇ, ਪੈਰ ਸੁੱਜ ਕੇ ਜਿਹੜੇ। ਮੈਨੂੰ ਯਾਦ ਹੈ ਮੇਰੇ ਨਾਲ ਇੱਕ ਉੱਥੇ ਸਿੰਘ ਹੁੰਦਾ ਸੀ, ਸ਼ਾਇਦ ਜਸਵੀਰ ਸਿੰਘ, ਮੇਰੇ ਉੱਥੇ ਫੜਿਆ ਸੀ ਉਹਨਾਂ ਨੇ ਮਾਲ ਮੰਡੀ ਦੇ ਵਿੱਚ। ਉਹ ਦੋਨੋਂ ਭਰਾ ਸਕੇ ਸੀ, ਉਹ ਫੜੇ ਸੀ ਤੇ ਉਹਨਾਂ ਦੀ ਮੰਦੀ ਹਾਲਤ ਸੀ। ਮੈਨੂੰ 11ਵੇਂ ਦਿਨ ਇਹਨਾਂ ਨੇ 12ਵੇਂ ਦਿਨ ਉੱਥੋਂ ਥੋੜ੍ਹਾ ਮੇਰਾ ਟਰੀਟਮੈਂਟ ਕਰਾ ਕੇ ਮੈਨੂੰ ਇਹ ਜੇਲ੍ਹ 'ਚ ਭੇਜ ਦਿੰਦੇ ਆ, ਕੇਸ ਪਾ ਕੇ। ਮੇਰੇ ਤੇ ਇਹਨਾਂ ਕੇਸ ਕਰਤੇ 7 ਫਿੱਟ, 4 ਇੱਧਰੋਂ ਹੋਏ ਸੀ ਮਹਿਤੇ ਵੱਲੋਂ ਤੇ 3 ਇਹਨਾਂ ਨੇ ਫਿੱਟ ਕਰਤੇ। ਅਜੇ ਮੈਂ 2 ਕੁ ਮਹੀਨੇ ਜਾਂਦਿਆਂ ਮੈਨੂੰ ਚੱਕੀ 'ਚ ਬੰਦ ਕਰਤਾ ਇਹਨਾਂ ਨੇ। 40 ਚੱਕੀਆਂ ਹੁੰਦੀਆਂ ਨੇ ਉੱਥੇ ਜੇਲ੍ਹ ਦੇ ਵਿੱਚ, 40 34 ਤੇ 16, 40 ਚੱਕੀਆਂ। ਚੱਕੀ ਦੇ ਵਿੱਚ ਮੈਂ 9 ਮਹੀਨੇ ਲਗਾਤਾਰ ਬੰਦ ਰਿਹਾ, ਮੈਨੂੰ ਉਹਨਾਂ ਚੱਕੀ 'ਚੋਂ ਬਾਹਰ ਨਹੀਂ ਕੱਢਿਆ। ਕੰਟੀਨਿਊਸ ਦਿਨ ਪਰ ਰਾਤ ਚੱਕੀ 'ਚ ਰਿਹਾ। ਜਿਹੜੀ ਮੇਰੀ ਤਰੀਕ ਪੈਂਦੀ ਸੀ ਤਰੀਕ 'ਤੇ ਬਾਹਰ ਆਉਣਾ ਹੁੰਦਾ, ਤਰੀਕ 'ਤੇ ਲੈ ਕੇ ਆਉਣ ਦੀ ਮਜਬੂਰੀ ਆ, ਕਿਉਂਕਿ ਤਰੀਕ 'ਤੇ ਲਿਆਉਣਾ ਜੱਜ ਦੇ ਪੇਸ਼ ਕਰਨਾ ਹੁੰਦਾ। ਅਤੇ ਉਹ ਸਮਾਂ ਸੀ। ਉਸ ਤੋਂ ਬਾਅਦ ਤਾਂ ਮੁੜ ਕੇ ਜਦੋਂ 2 ਕੁ ਮਹੀਨੇ ਹੋਏ ਤਾਂ ਮੈਂ ਠੀਕ ਮਾੜਾ ਮੋਟਾ ਹੋਇਆ, ਅਤੇ ਉੱਧਰੋਂ ਅਜਨਾਲਾ ਪੁਲਿਸ ਨੇ ਮੇਰਾ ਰਿਮਾਂਡ ਲੈ ਲਿਆ। ਉੱਥੇ ਥਾਣੇਦਾਰ ਸੀ ਖੁੱਲਰ ਸਾਹਿਬ। ਖੁੱਲਰ ਨੇ ਫਿਰ ਮੇਰੀ ਜਿਹੜੀ ਬੇਟਾ ਹਾਲਤ ਮੇਰੀ ਕੀਤੀ ਹੈ ਨਾ, ਮੈਂ ਦੱਸ ਨਹੀਂ ਸਕਦਾ। 9 ਦਿਨ ਦਾ ਮੇਰਾ ਰਿਮਾਂਡ ਸੀ, ਖੁੱਲਰ ਨੇ ਲਿਆ 9 ਦਿਨ ਦਾ। ਇੱਕੋ ਚੀਜ਼ 'ਤੇ ਅੜਿਆ ਸੀ, ਕਹਿੰਦਾ ਜਿਹੜਾ ਡਾਕਟਰ ਉੱਥੇ ਮਰਿਆ ਨਾ, ਉਹ ਤੂੰ ਕਬਾਲ ਕਰ ਲਾ ਵੀ ਡਾਕਟਰ ਮੈਂ ਮਾਰਿਆ, ਅਤੇ ਅਸੀਂ ਤੈਨੂੰ ਛੱਡ ਦਿਆਂਗੇ, ਤੈਨੂੰ ਬਚਾ ਲਾਂਗੇ। ਅਤੇ ਉਦੋਂ ਨਾ ਜਦੋਂ ਜੇਲ੍ਹ 'ਚੋਂ ਰਿਮਾਂਡ ਲੈ ਕੇ ਜਾਂਦੇ ਸੀ ਨਾ, ਅਤੇ ਉਦੋਂ ਜਿਹੜੇ ਸਿੰਘਾਂ ਨੂੰ ਜਾਣਕਾਰੀ ਸੀ ਅਤੇ ਉਹ ਬੇੜੀਆਂ ਲਵਾ ਲੈਂਦੇ ਸੀ। ਬੇੜੀਆਂ ਤਾਂ ਲਵਾਉਣੀਆਂ ਸੀ ਵੀ ਇਹ ਬਹਾਨਾ ਨਾ ਬਣਾਉਣਾ, ਵੀ ਝੂਠਾ ਮੁਕਾਬਲ ਬਣਾਉਂਦੇ ਨਾ, ਜਿਹਦੇ ਬੇੜੀ ਨਹੀਂ ਲੱਗੀ ਤਾਂ ਉਹਨੂੰ ਰਿਮਾਂਡ 'ਤੇ ਖੜ੍ਹਦੇ। ਬਾਕੀ ਜਿਹਨਾਂ ਨੂੰ ਮਾਰਨਾ ਉਹਨੂੰ ਮਾਰ ਹੀ ਦੇਣਾ ਹੁੰਦਾ ਸੀ ਇਹਨਾਂ ਨੇ। ਜੇ ਉਹਨਾਂ ਮੈਨੂੰ ਮਾਰਨਾ ਸੀ ਤਾਂ ਫਿਰ ਉਹਨਾਂ ਨੇ ਮੈਨੂੰ ਮਾਰ ਹੀ ਦੇਣਾ ਸੀ। ਅਤੇ ਉਹ ਬੇੜੀਆਂ ਮੈਂ ਤਾਂ ਲਵਾਈਆਂ ਸੀ ਵੀ ਇਹ ਝੂਠਾ ਮੁਕਾਬਲਾ ਬਣਾਉਂਦੇ, ਵੀ ਬੰਦਾ ਗੱਡੀ 'ਚੋਂ ਭੱਜਣ ਲੱਗਾ ਸੀ ਅਤੇ ਬੇੜੀਆਂ ਲੱਗੀਆਂ ਹੁੰਦੀਆਂ ਸੀ, ਅਤੇ ਉਹ ਲਿਖਿਆ ਹੁੰਦਾ ਉੱਥੇ ਜੇਲ੍ਹ ਦੇ ਵਿੱਚ ਰਿਮਾਂਡ ਦੇ ਵਿੱਚ, ਉੱਥੇ ਵਾਰੰਟਾਂ 'ਤੇ ਰਜਿਸਟਰ 'ਤੇ ਰੋਜ਼ ਨਾਮ 'ਚ ਲਿਖ ਦਿੱਤਾ ਜਾਂਦਾ ਕਿ ਅੰਗਰੇਜ਼ ਸਿੰਘ ਫਲਾਣਾ ਸਿੰਘ ਇਹਨੂੰ ਉਹਨੇ ਬੇੜੀਆਂ ਲਾ ਕੇ ਭੇਜਿਆ। ਅਤੇ ਉਹ ਕੱਲ੍ਹ ਨੂੰ ਇਹ ਨਹੀਂ ਕਹਿ ਸਕਦੇ ਕਿ ਬੰਦਾ ਇਹ ਭੱਜ ਗਿਆ ਉੱਥੋਂ, ਇੰਝ ਆਖ ਨਹੀਂ ਸਕਦੇ। ਤਾਂ ਮੈਨੂੰ ਬੇੜੀਆਂ ਲੱਗੀਆਂ ਸੀ, ਮੈਨੂੰ ਉਹ ਲੈ ਗਏ ਉੱਥੇ, ਬੇੜੀਆਂ ਖੋਲ੍ਹੀਆਂ, ਸ਼ੁਰੂ ਹੋ ਗਿਆ ਦੌਰ। ਇਹ ਰਾਤ ਨੂੰ ਪੁਲਿਸ ਵਾਲੇ ਰੱਜ ਲੈਂਦੇ ਸ਼ਰਾਬ ਨਾਲ, ਫਿਰ ਨਹੀਂ ਪਤਾ ਲੱਗਦਾ। ਅਤੇ ਕੁਦਰਤੀ ਗੱਲ ਸੀ ਕਿ ਇੰਨਾ ਮੇਰੇ 'ਤੇ ਤਸ਼ੱਦਦ ਅੰਨ੍ਹੇਵਾਹ ਮੇਰੇ 'ਤੇ ਕਰ ਰਹੀ, ਅਤੇ ਮੈਂ ਗੁੱਸੇ ਵਿੱਚ ਆ ਕੇ ਮੇਰੇ ਮੂੰਹੋਂ ਗੱਲ ਨਿਕਲ ਗਈ। ਮੈਂ ਆਖਿਆ ਥਾਣੇਦਾਰ ਸਾਹਿਬ, ਤੂੰ ਮੈਨੂੰ ਇੰਨਾ ਕੁੱਟ ਜੋ ਰਿਹਾ ਹੈ, ਵੀ ਨਜਾਇਜ਼ ਮੈਨੂੰ ਕਹਿ ਰਿਹਾ ਵੀ ਆਹ ਜਿਹੜਾ ਕਤਲ ਹੈ ਤੂੰ ਮੰਨ ਜਾ, ਜਦੋਂ ਮੈਂ ਕੀਤਾ ਹੀ ਨਹੀਂ ਤਾਂ ਮੈਂ ਮੰਨਾਂ ਕਿਵੇਂ, ਜਦੋਂ ਮੈਂ ਕੀਤਾ ਹੀ ਨਹੀਂ। ਮੈਂ ਤਾਂ ਅੱਜ ਤੱਕ ਕੁਛ ਵੀ ਨਹੀਂ ਕੀਤਾ ਇਹਨਾਂ ਹੱਥਾਂ ਨਾਲ। ਮੈਂ ਕਿਹਾ ਮੈਂ ਕਿਸੇ ਨੂੰ ਗੋਲੀ ਮਾਰੀ ਨਹੀਂ ਗਈ, ਇਹਨਾਂ ਹੱਥਾਂ ਨਾਲ ਮੈਂ ਮਾੜਾ ਕਰਮ ਕੀਤਾ ਹੀ ਨਹੀਂ ਕੋਈ ਵੀ। ਮੈਂ ਤਾਂ ਇਹਨਾਂ ਹੱਥਾਂ ਨਾਲ ਬਾਣੀ ਪੜ੍ਹੀ ਹੈ ਅਤੇ ਜਾਂ ਬਾਣੀ ਪੜ੍ਹਾ ਰਿਹਾ, ਬਾਣੀ ਸਿੱਖੀ ਜਾਂ ਸਿਖਾ ਰਿਹਾ। ਮੇਰਾ ਕੰਮ ਸਿਰਫ ਇੰਨਾ ਹੀ ਆ। ਤੁਹਾਨੂੰ ਕੀ ਲੱਗਦਾ ਉਹ ਤੁਹਾਡੀ ਸੋਚ, ਤੁਸੀਂ ਕੀ ਕਰਦੇ ਹੋ। ਪਰ ਲੇਕਿਨ ਉਸ ਵਕਤ ਸੁਣਦਾ ਨਹੀਂ ਸੀ ਕੋਈ ਵੀ, ਕੋਈ ਸੁਣਨ ਵਾਲਾ, ਕੋਈ ਸੁਣਾਉਣ ਵਾਲਾ, ਕੋਈ ਮੰਨਣ ਮਨਾਉਣ ਵਾਲਾ ਕੋਈ ਨਹੀਂ ਸੀ ਉਸ ਵਕਤ ਹੈਗਾ। ਵਾਹ ਜਿੰਦ ਉੱਥੇ ਆਪਦੀ ਸੀ, ਅਸੀਂ ਜਵਾਬ ਦੇਣਾ ਅਤੇ ਅਸੀਂ ਜਵਾਬ ਲੈਣਾ ਹੁੰਦਾ ਸੀ। ਕਹਿੰਦਾ ਤੂੰ ਇੱਕੋ ਗੱਲ ਮੰਨ ਜਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਘੜੀ ਲਾ ਕੇ ਮੈਨੂੰ ਫੜਾ। ਉਹਨੇ ਦਵਾ ਦਵ ਘੜੀ ਲਾ ਕੇ ਮੈਨੂੰ ਦੇ ਦਿੱਤੀ। ਮੈਂ ਕਿਹਾ ਲੈ ਮੈਨੂੰ ਤੂੰ ਘੜੀ ਮਨਾ ਲਾ, ਜੇ ਤੂੰ ਮੈਨੂੰ ਘੜੀ ਮਨਾ ਗਿਆ ਨਾ ਅਤੇ ਫਿਰ ਮੈਂ ਡਾਕਟਰ ਦਾ ਕਤਲ ਕੀਤਾ ਹੈ। ਜੇ ਤੂੰ ਮੈਨੂੰ ਘੜੀ ਨਾ ਮਨਾ ਸਕਿਆ ਤਾਂ ਫਿਰ ਮੈਂ ਡਾਕਟਰ ਦਾ ਕਤਲ ਨਹੀਂ ਕੀਤਾ। ਤਾਂ ਬੇਟੇ ਮੈਂ ਕੀਤਾ ਵੀ ਨਹੀਂ, ਕੁਛ ਵੀ ਨਹੀਂ ਕੀਤਾ। ਇਹ ਗੱਲ ਆਉਣ ਕੈਮਰੇ 'ਚ ਮੈਂ ਕਹਿ ਰਿਹਾ, ਮੈਂ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ, ਕੋਈ ਇਹੋ ਜਿਹੀ ਵਾਰਦਾਤ ਨਹੀਂ ਕੀਤੀ ਜਿਹਦੇ ਵਿੱਚ ਕਿਸੇ ਇਨਸਾਨੀਅਤ ਦਾ ਬੁਰਾ ਹੁੰਦਾ ਹੋਵੇ, ਇਨਸਾਨੀਅਤ ਦਾ ਕੋਈ ਬੁਰਾ ਹੁੰਦਾ ਹੋਵੇ, ਜਾਂ ਇਨਸਾਨੀਅਤ ਨੂੰ ਢਾਹ ਲਾਈ ਹੋਵੇ, ਜਾਂ ਸਾਡੀ ਇਨਸਾਨੀਅਤ ਦੁਸ਼ਮਣ ਆ। ਦੁਸ਼ਮਣ ਨਹੀਂ, ਸਾਡਾ ਜ਼ੁਲਮ ਨਾਲ ਵੈਰ ਆ, ਜ਼ਾਲਮ ਨਾਲ। ਇਨਸਾਨੀਅਤ ਨਾਲ ਕੋਈ ਸਾਡਾ ਵੈਰ ਨਹੀਂ ਸੀ। ਅਸੀਂ ਅੱਜ ਵੀ ਗੱਲ ਕਹਿੰਦੇ ਹਾਂ
ਕਿ ਜੇ ਸਿੱਖ ਕੌਮ ਇੱਕ ਘੱਟ ਗਿਣਤੀਆਂ ਦੀ ਕਰਕੇ ਸਾਡੇ ਵਾਸਤੇ ਕਾਨੂੰਨ ਕੁਝ ਹੋ ਰਿਹਾ ਤੇ ਹੋਰਨਾਂ ਵਾਸਤੇ ਹੋ ਰਿਹਾ। ਇੱਕ ਹਿੰਦੂ ਦੇ ਘਰੋਂ ਇੰਨੇ ਗਰਨੇਡ ਫੜੇ ਜਾਂਦੇ, ਉਹਦੀਆਂ ਜ਼ਮਾਨਤਾਂ ਹੋ ਜਾਂਦੀਆਂ ਨੇ, ਸਾਡਿਆਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਤੇ ਉਹ ਸਾਡੇ ਅਜੇ ਉਸ ਤਰ੍ਹਾਂ ਹੀ ਜੇਲ੍ਹਾਂ 'ਚ ਬੈਠੇ ਆ। ਇਹਦਾ ਮਤਲਬ ਸਾਡੇ ਨਾਲ ਧੱਕਾ ਹੋ ਰਿਹਾ ਨਾ, ਇੰਨਾ ਧੱਕਾ ਹੋ ਰਿਹਾ, ਅਸੀਂ ਫੇਰ ਵੀ ਜਰੀ ਜਾਂਦੇ ਹਾਂ, ਅਸੀਂ ਫੇਰ ਵੀ ਜਰੀ ਜਾਂਦੇ ਹਾਂ, ਅਸੀਂ ਫੇਰ ਵੀ ਜਰੀ ਜਾਂਦੇ ਹਾਂ। ਸਾਨੂੰ ਕਲਗੀਧਰ ਪਾਤਸ਼ਾਹ ਨੇ ਬਣਾਇਆ ਐਸਾ ਹੈ, ਸਿੱਖ ਨੂੰ ਬਣਾਇਆ ਕਲਗੀਧਰ ਪਾਤਸ਼ਾਹ ਨੇ, ਇਤਨਾ ਲੈ ਪੁੱਤਰ ਮੈਂ ਤੇਰੇ ਅੰਦਰ ਇਹੋ ਜਿਹੀ ਸ਼ਾਖ ਭਰਤੀ ਏ ਤੇ ਤੇ ਜਿੰਨਾ ਮਰਜ਼ੀ ਤਸ਼ੱਦਦ ਹੋਵੇ, ਤੂੰ ਭਾਵੇਂ ਆਰਿਆਂ ਨਾਲ ਚੀਰਿਆ ਜਾਵੇਂ, ਭਾਵੇਂ ਤੇਰਾ ਬੰਦ ਕੱਟਿਆ ਜਾਵੇ, ਤੂੰ ਪੁੱਤ ਤੈਨੂੰ ਕੁਛ ਨਹੀਂ ਹੁੰਦਾ, ਤੂੰ ਆਪਣੇ ਸਬਰ ਸੰਤੋਖ ਵਿੱਚ ਪੂਰਾ ਰਹੇਗਾ। ਪਰ ਸਬਰ ਦੀ ਸੰਤੋਖ ਦੀ ਕੋਈ ਹੱਦ ਕੋਈ ਸੀਮਾ ਹੁੰਦੀ ਹੈ ਤੇ ਲੰਘ ਚੁੱਕੀ ਸੀ। ਖੈਰ ਉਹ ਸਮਾਂ ਆਇਆ, ਮੈਨੂੰ ਕਹਿੰਦੇ ਤੂੰ ਮੰਨ ਜਾ। ਮੈਂ ਕਿਹਾ ਮੈਂ ਕਿਵੇਂ ਮੰਨ ਜਾ ਜਦੋਂ ਮੈਂ ਕੀਤਾ ਨਹੀਂ। ਉਹਨਾਂ ਨੇ 9 ਦਿਨ ਮੈਨੂੰ ਪੂਰਾ ਤਸੱਲੀ ਨਾਲ ਕੁੱਟ ਕੇ ਤੇ ਮੇਰੇ ਤੇ 4 ਕੇਸ ਫਿੱਟ ਕਰਕੇ ਉਹਨਾਂ ਨੇ ਉੱਥੋਂ ਕਦੀ ਕੋਈ ਕਦੀ ਕੁਛ ਪਾ ਕੇ ਤੇ ਮੈਨੂੰ ਉਹਨਾਂ ਜੇਲ੍ਹ 'ਚ ਭੇਜਤਾ। ਜੇਲ੍ਹ 'ਚ ਭੇਜਤਾ ਤੇ ਵੱਡੇ ਭਾਈ ਸਾਹਿਬ ਜਿਹੜੇ ਸ਼ਹੀਦ ਹੁੰਦੇ ਆ, ਉਹ ਵੀ ਉਸੋਂ ਅੰਮ੍ਰਿਤਸਰ ਨੇ ਅਰੈਸਟ ਕੀਤਾ ਸੀ। ਅਜੇ ਮੈਂ ਉੱਥੇ ਰਿਮਾਂਡ ਤੇ ਉਹ ਪਹਿਲਾਂ ਮੇਰੇ ਹੁਣ ਜੇਲ੍ਹ 'ਚ ਉਹ ਬੈਠੇ। ਮੈਨੂੰ ਪਤਾ ਨਹੀਂ ਸੀ, ਮੈਂ ਜੋ ਆ ਕੇ ਫਤਿਹ ਬੁਲਾਈ, ਜਿਹੜੀ ਚੱਕੀ 'ਚ ਮੈਨੂੰ ਬੰਦ ਕਰਾਂ ਨਾਲ ਦੀ ਚੱਕੀ ਜੋ ਸੀ। ਤੇ ਮੈਂ ਵੇਖਿਆ, ਮੈਂ ਸੁਖਦੇਵ ਸਿੰਘ ਕਹਿੰਦਾ ਆਹ ਜਿਹੜੇ ਪੈਰ ਉਹਦੇ ਸੁੱਜੇ ਪਏ, ਮੂੰਹ ਸੁੱਜਾ ਪਿਆ, ਲਾ ਕੇ ਪ੍ਰੈਸਾਂ ਤੇ ਬਹੁਤ ਮੰਦਾ ਹਾਲਤ ਕੀਤਾ ਪਿਆ ਸੁਖਦੇਵ ਸਿੰਘ ਦਾ। ਮੈਂ ਉਹਨੂੰ ਸੁਪਰਡੈਂਟ ਉੱਥੇ ਠਾਣਾ ਸਿੰਘ ਸੀ, ਮੈਂ ਹੱਥ ਜੋੜ ਕੇ ਬੇਨਤੀ ਕੀਤੀ, ਮੈਂ ਸਰ ਮੇਰਾ ਭਰਾ ਹੈ ਤੇ ਮੈਨੂੰ ਇਹਦੇ ਨਾਲ ਤੁਸੀਂ ਬੰਦ ਕਰ ਦਿਓ, ਅਸੀਂ ਦੋਵੇਂ ਭਰਾ ਇੱਕ ਦੂਜੇ ਦੀ ਸੇਵਾ ਕਰ ਲਾਂਗੇ, ਨੱਪ ਕੁੱਟ ਲਵਾਂਗੇ, ਸਾਡਾ ਇੱਥੇ ਕੌਣ ਆ। ਕਹਿੰਦਾ ਨਹੀਂ ਇੰਜ ਨਹੀਂ ਹੋਣਾ, ਅਸੀਂ ਸਿੰਘ ਨਾਲ ਤੁਹਾਡੇ ਜਿਹੜੇ ਕੈਦੀ ਹਵਾਲਾਤੀ ਉਹ ਨਾਲ ਫਿੱਟ ਕਰ ਦਿੰਦੇ ਹਾਂ, ਜਿਹੜੇ ਸਹੀ ਨੇ ਉਹ ਆਪੇ ਦੀ ਸੇਵਾ ਕਰਨਗੇ। ਉਦੋਂ ਇੰਜ ਹੋਇਆ, 2 ਜਾਂ 1 ਰਹਿੰਦਾ ਚੱਕੀ ਜਾਂ 3 ਰਹਿੰਦੇ ਆ, 2 ਨਹੀਂ ਫਿੱਟ ਕਰਦੇ। ਉਹ ਮੇਰੇ ਨਾਲ ਹੀ ਉਹਨੂੰ 2 ਕਰਤੇ, 2 ਉਹਨਾਂ ਨਾਲ ਕਰਤੇ, 3 ਹੋ ਗਏ। 5 ਸਾਲ 3 ਮਹੀਨੇ ਤੇ 21 ਦਿਨ ਦਾ ਸਮਾਂ ਮੇਰਾ ਜੇਲ੍ਹਾਂ ਦਾ। ਮੈਂ ਪਹਿਲਾਂ ਰਿਹਾ ਹੋ ਕੇ ਆ ਗਿਆ ਤੇ ਮੇਰੇ ਤੋਂ ਪਿੱਛੇ 4 ਕੁ ਮਹੀਨੇ 5 ਮਹੀਨੇ ਕਿ 5 ਕੁ ਮਹੀਨੇ ਬਾਅਦ ਭਾਈ ਸਾਹਿਬ ਰਿਹਾ ਹੁੰਦੇ ਆ। 6 ਮਹੀਨੇ ਲਾ ਲਓ, ਇੰਨਾ ਕੋਈ ਚੇਤਾ ਭੁੱਲ ਜਾਂਦਾ, ਸਮਾਂ ਕਾਫੀ ਲੰਮਾ ਹੋ ਗਿਆ। ਮੈਂ ਉੱਥੋਂ ਰਿਹਾ ਕੇ ਫਿਰ ਮੈਂ ਤੇ ਚਲਾ ਗਿਆ। ਮੈਂ ਤੇ ਚਲਾ ਗਿਆ ਤੇ ਮਾਤਾ ਜੀ ਉਦੋਂ ਬਾਬਾ ਠਾਕਰ ਸਿੰਘ ਜੀ ਮਹਾਂਪੁਰਖ ਉੱਥੇ ਸਨ। ਤੇ ਮੈਂ ਜਾ ਕੇ ਬਾਬਾ ਜੀ ਨੂੰ ਬੇਨਤੀ ਕੀਤੀ, ਮੈਂ ਬਾਬਾ ਜੀ ਮੈਨੂੰ ਪੁਲਿਸ ਨੇ ਮਾਰ ਦੇਣਾ ਤੇ ਮੈਂ ਤਾਂ ਮਸਾਂ ਜੇਲ੍ਹ 'ਚੋਂ ਆ ਗਿਆ, ਇੱਥੇ ਮੈਂ ਸੇਵਾ ਕਰ ਲੈਣਾ, ਇੱਥੇ ਮੈਂ ਸੇਵਾ ਕਰਾਂਗਾ ਆਪਦਾ, ਨਾਲ ਤੁਹਾਡੇ ਚਰਨਾਂ 'ਚ ਰਹਾਂਗਾ ਤੇ ਮੈਨੂੰ ਇੱਥੇ ਕੋਈ ਖਤਰਾ ਨਹੀਂਗਾ ਤੇ ਮੈਂ ਚਲੋ ਆਪਦਾ ਗੁਜ਼ਾਰਾ ਬਸਰ ਕੀਤੀ ਜਾਣਾ। ਕਹਿੰਦੇ ਠੀਕ ਹੈ ਭਜੰਗਿਆ ਰਹਿ। ਚਲੋ ਮੇਰੀ ਉੱਥੇ ਡਿਊਟੀ ਲੱਗ ਗਈ ਆਪਣਾ ਪਹਿਰੇ ਤੇ, ਮੈਂ ਉੱਥੇ ਰਹਿਣ ਲੱਗ ਪਿਆ। ਮਾਤਾ ਜੀ ਆਏ ਤੇ ਮਾਤਾ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ, ਕਹਿੰਦੇ ਬਾਬਾ ਜੀ ਇਹਦਾ ਵਿਆਹ ਕਰਨਾ ਤਾਂ ਤੁਸੀਂ ਇਹਨੂੰ ਭੇਜ ਦਿਓ। ਤੇ ਬਾਬਾ ਜੀ ਨੂੰ ਮੇਰੇ ਕੋਲ ਸੱਦਿਆ, ਮੈਨੂੰ ਕਹਿੰਦੇ ਭਜੰਗਿਆ ਲਿਆਓ ਸੱਦ ਕੇ। ਤੇ ਬਾਬਾ ਜੀ ਹੱਸ ਕੇ ਕਹਿੰਦੇ ਭਜੰਗਿਆ ਮਾਤਾ ਜੀ ਕਹਿੰਦੇ ਤੇਰਾ ਵਿਆਹ ਕਰਨਾ। ਮੈਂ ਹੱਸਵਾ, ਮਾਤਾ ਬਾਬਾ ਜੀ ਮੇਰਾ ਵਿਆਹ ਤਾਂ ਪੁਲਿਸ ਨੇ ਜਾਂਦੇ ਕਰ ਦੇਣਾ, ਮਾਤਾ ਭੁਲੇਖੇ 'ਚ ਫਿਰਦੀ, ਮੇਰਾ ਜਾਂਦੇ ਵਿਆਹ ਪੁਲਿਸ ਨੇ ਕਰ ਦੇਣਾ ਤੇ ਮੈਨੂੰ ਨਾ ਹਿਲ ਜਾਵੇ ਚੰਗੀ ਗੱਲ ਆ। ਤੇ ਮਾਤਾ ਜੀ ਉੱਥੋਂ ਆ ਗਏ ਤੇ ਦੂਜੀ ਤੀਜੀ ਵਾਰ ਫੇਰ ਆਏ। ਜੋ ਤੀਜੀ ਵਾਰ ਆਇਆ ਨਾ ਮਾਤਾ ਜੀ ਤੇ ਬਾਬਾ ਜੀ ਨੇ ਮੈਨੂੰ ਸੱਦ ਲਿਆ। ਬਾਬਾ ਜੀ ਕਹਿੰਦੇ ਜਾ, ਮੇਰੀ ਥਾਪੀ ਦੇ ਹੱਥ ਕੰਡ ਦੇ ਹੱਥ ਮਾਰ ਕੇ ਕਹਿੰਦੇ ਜਾ ਤੈਨੂੰ ਕੁਛ ਨਹੀਂ ਹੁੰਦਾ। ਜਦੋਂ ਬਾਬਾ ਠਾਕਰ ਸਿੰਘ ਨੇ ਗੱਲ ਕਹੀ ਵੀ ਤੈਨੂੰ ਕੁਛ ਨਹੀਂ ਹੁੰਦਾ ਤੇ ਮੈਨੂੰ ਭਰੋਸਾ ਆ ਗਿਆ। ਮੈਂ ਕਿਹਾ ਮੇਰੀ ਮਾਂ ਹੈ ਧਰਮ ਦੀ, ਇਹਨੇ ਆਖਿਆ ਵੀ ਤੈਨੂੰ ਕੁਛ ਨਹੀਂ ਹੁੰਦਾ ਤੇ ਮੈਨੂੰ ਕੁਛ ਨਹੀਂ ਹੋਣਾ। ਹੁਣ ਜਿੰਨਾ ਮਰਜ਼ੀ ਪੁਲਿਸ ਜ਼ੋਰ ਲਾ ਲੇ, ਮੈਨੂੰ ਕੱਖ ਨਹੀਂ ਹੋਣਾ। ਮੈਂ ਇਹ ਗੱਲ ਕਹਿ ਕੇ ਮਾਤਾ ਨੂੰ ਕਿਹਾ, ਮੈਂ ਮਾਤਾ ਲੈ ਹੁਣ ਮੇਰੀ ਧਰਮ ਦੀ ਮਾਂ ਬਾਬਾ ਠਾਕਰ ਸਿੰਘ ਏ ਤੇ ਮੈਨੂੰ ਇਹਨੇ ਥਾਪੀ ਦੇ ਕੇ ਆਖਿਆ ਵੀ ਕੁਛ ਨਹੀਂ ਹੁੰਦਾ ਤੇ ਮੈਂ ਤੇਰੇ ਨਾਲ ਚੱਲਾਂਗਾ, ਚੱਲ ਮੇਰਾ ਵਿਆਹ ਕਰ, ਜਿੱਥੇ ਜੋ ਕਰਨਾ ਕਰ ਲਾ। ਹੁਣ ਅੱਜ ਚਲੋ ਹੀ ਮਾਂ ਪੁੱਤ ਤੁਰ ਪਏ ਉੱਥੋਂ, ਘਰ ਆਏ ਤੇ ਸਮਾਂ ਅਸਕਰ ਅੰਦਰ ਖਤਰਾ ਤਾਂ ਹੈ ਸੀ ਨਾ ਵੀ ਆ ਕੁਛ ਹੋਣਾ। ਮੈਂ 5 ਕੁ ਦਿਨ ਹੋਏ ਤੇ ਪੁਲਿਸ ਨੇ ਆਣ ਕੇ ਸਾਰੀ ਹਵੇਲੀ ਘੇਰ ਲਈ ਸਾਡੀ। ਉਦੋਂ ਪਰ ਡਿਪਟੀ ਬਾਜਵਾ ਹੀ ਪਤਾ ਨਹੀਂ ਕਿਹੜਾ ਸੀ, ਘੇਰ ਲਈ ਆਣ ਕੇ ਹਵੇਲੀ ਤੇ ਮੈਨੂੰ ਉਹ ਅਰੈਸਟ ਕਰਕੇ ਲੈ ਚਲੇ ਸੀ। ਤੇ ਪਿੰਡ ਦੀ ਪੰਚਾਇਤ ਆ ਗਈ, ਕਹਿੰਦੇ ਵੀ ਇਹ ਮੁੰਡਾ ਜੇ ਕੱਲ੍ਹ ਪਰਸੋਂ ਆਇਆ ਤੇ ਤੁਸੀਂ ਇਹ ਕੰਮ ਨਾ ਕਰੋ, ਇਹਨੂੰ ਬਹਿਣ ਦਿਓ, ਇਹਨੂੰ ਟਿਕਣ ਦਿਓ। ਪਤਾ ਨਹੀਂ ਰੱਬ ਦਾ ਭਾਣਾ, ਕੁਛ ਮਹਾਂਪੁਰਖਾਂ ਦਾ ਵਚਨ ਸੀ। ਤੇ ਉਹਦੇ ਪਤਾ ਮਨ ਦੇ ਵਿੱਚ ਕੀ ਆਈ, ਮੈਨੂੰ ਛੱਡ ਗਿਆ, ਉਹ ਘਰ ਹੀ ਛੱਡ ਗਿਆ, ਘਰ ਛੱਡ ਗਿਆ। ਚਲੋ ਸਮਾਂ ਨੇ ਕਰਵਟ ਰਹੀ ਤੇ ਮੇਰਾ ਰਿਸ਼ਤਾ ਹੋਇਆ ਤੇ ਮੇਰੀ ਮੈਰਿਜ ਪਿੰਡ ਵੱਟੂ ਮਰਾੜ ਮੁਕਤਸਰ ਲਾਗੇ ਤੇ ਮੇਰੀ ਸਿਸਟਰ ਦੀ ਦਰਾਣੀ ਉਹਨੇ ਮੈਨੂੰ ਰਿਸ਼ਤਾ ਕਰਾਤਾ। ਚਲੋ ਮੇਰਾ ਆਪਣਾ ਵਿਆਹ ਹੋ ਗਿਆ। ਅਜੇ ਮੇਰੇ ਖਿਆਲ 'ਚ ਜਿਹੜੀ ਇਹ ਕਹਾਣੀ ਤੈਨੂੰ ਮੈਂ ਸੁਣਾਉਣ ਲੱਗਾ, ਵਿੱਚ ਹੋਰ ਇੱਕ ਉਧਰੋਂ ਅਖੰਡ ਪਾਠ ਆਰੰਭ ਕੀਤਾ ਤੇ ਮੱਧ ਵਾਲਾ ਦਿਨ ਸੀ। ਮੱਧ ਵਾਲਾ ਦਿਨ ਤੇ ਬੜੀ ਫੋਰਸ ਬੇਟਾ
ਸਾਰਾ ਸੀਆਰਪੀ ਨੇ ਤੇ ਪੰਜਾਬ ਪੁਲਿਸ ਨੇ ਹਵੇਲੀ ਆਪਣੀ ਜਿਹੜੇ ਬਾਹਰ ਸਾਰੀ ਘੇਰ ਲਈ ਘਰ ਆਪਣਾ। ਸੋ ਵਿਆਹ ਤੇ ਪਾਠ ਧਰਾਇਆ ਸੀ। ਜਦੋਂ ਵਿਆਹ ਦਾ ਖਣਪੜ ਆਰੰਭ ਕਰਾਇਆ ਆਪਾਂ। ਅੱਜ ਮੈਂ ਸੌਦਾ ਲੈ ਕੇ ਘਰੋਂ ਸ਼ਹਿਰੋਂ ਫਿਰੋਜ਼ਪੁਰੋਂ ਸੌਦਾ ਲੈ ਕੇ ਆਇਆ ਤਾਂ ਮਗਰੇ ਹੀ ਮੇਰੇ ਪੁਲਿਸ ਆ ਗਈ, ਘੇਰਾ ਪੈ ਗਿਆ। ਤੇ ਮਗਰੇ ਨਾਲ ਹੀ ਉੱਥੇ ਆ ਗਏ, ਨਾਲ ਦੀ ਨਾਲ ਹੀ ਕਹਿੰਦੇ ਵੀ ਅੰਗਰੇਜ਼ ਸਿੰਘ ਕੌਣ? ਮੈਂ ਕਿਹਾ ਜੀ ਮੈਂ ਆ। ਕਹਿੰਦੇ ਵੀ ਖੰਡ ਪੜ ਉੱਤੇ ਬਾਬਾ ਪੜਨ ਲਿਆ ਸੀ, ਕਹਿੰਦੇ ਘਰ ਖੰਡ ਪੜ ਰੱਖਿਆ। ਮੈਂ ਕਿਹਾ ਜੀ ਮੇਰਾ ਵਿਆਹ ਹੈ। ਕਹਿੰਦੇ ਤੇਰਾ ਵਿਆਹ? ਹੱਸ ਕੇ ਕਹਿੰਦਾ ਡਿਪਟੀ, ਕਹਿੰਦਾ ਤੇਰਾ ਵਿਆਹ? ਮੈਂ ਕਿਹਾ ਜੀ ਮੇਰਾ ਵਿਆਹ। ਕਹਿੰਦੇ ਲਿਆ ਕੁਰਸੀਆਂ। ਉੱਥੇ ਬਹਿ ਗਏ, ਸ਼ਾਮਾਂ ਦਾ ਟਾਈਮ ਸੀ, ਸਿਆਲੀ ਦਿਹਾੜੀ ਸੀ। ਅਸੀਂ ਬਾਹਰ ਬਿਠਾਤਾ ਤੇ 4 ਸਪੇਰੇ ਪੁਲਿਸ ਵੀ। ਤੇ ਮੈਨੂੰ ਡਿਪਟੀ ਕਹਿੰਦਾ ਫਿਰ ਕਾਰਡ ਤਾਂ ਛਪਾਏ ਹੋਣੇ ਆ? ਮੈਂ ਹੀ ਛਪਾਏ ਨੇ। ਕਹਿੰਦਾ ਲਿਆ। ਉਹ ਕਾਰਡ ਜੇ ਮੈਂ ਲਿਆ ਕੇ ਰੱਖੇ ਸੀ, ਉਹ ਨਾਂ ਤਾਂ ਕਾਹਦੇ ਲਿਖਣੇ ਸੀ? ਜੇ ਲਿਖੇ ਵੀ ਹੁੰਦੇ ਤਾਂ ਆਪਣੇ ਰਿਸ਼ਤੇਦਾਰਾਂ ਦੇ ਹੋਣੇ, ਹੋਰ ਕਾਹਦੇ ਹੋਣੇ ਆਪਣਾ? ਹੋਰ ਤਾਂ ਕਿਸੇ ਨੇ ਸੱਦਣਾ ਹੀ ਨਹੀਂ ਸੀ। ਤੇ ਜਾਂ ਉੱਥੋਂ ਮੈਥੋਂ ਸਿੰਘ ਆਉਣੇ ਸੀ, ਜਿੱਥੇ ਪੜ੍ਹਦੇ ਸਾਂ, ਜਿੱਥੋਂ ਸੰਥਿਆ ਲੈ ਰਹੇ ਸਾਂ, ਉੱਥੋਂ ਤਾਂ ਆਉਣੇ ਹੀ ਆਉਣੇ ਸੀ। ਉਹ ਡਿਪਟੀ ਸਾਹਿਬ ਨੇ ਕਾਰਡ ਫੜ ਲਏ। ਕਾਰਡ ਫੜ ਕੇ ਤੇ ਜਦੋਂ ਉਹ ਪੜ੍ਹ ਕੇ ਤੇ ਮੈਨੂੰ ਆਂਦਾ ਵੀ ਐਂ ਕਰ, ਆਹ 2 ਕਾਰਡ ਮੈਂ ਰੱਖ ਲਏ ਨੇ ਤੇ ਤੂੰ ਵਿਆਹ ਕਰਾ ਕੇ ਨਾ ਜਦੋਂ ਤੇਰੀ ਸਿੰਘਣੀ ਚਲੇਗੀ ਤੇ ਤੂੰ ਮੇਰੇ ਕੋਲ ਆਉਣਾ ਉੱਥੇ। ਮੈਂ ਕਿ 7 ਵਜੇ ਜੀ ਆ ਜਾਵਾਂਗਾ। ਮੈਨੂੰ ਛੱਡ ਕੇ ਚਲੇ ਗਏ। ਜੰਝ ਚੜੀ, ਵਿਆਹ ਹੋ ਗਿਆ, ਆਂਟੀ ਤੇਰੀ ਗਈ ਤੇ ਮੈਂ ਚੌਥੇ ਦਿਨ ਜਾ ਕੇ ਡਿਪਟੀ ਦੇ ਪੇਸ਼ ਹੋ ਗਿਆ। ਇਹ ਸਿਲਸਿਲਾ ਮੇਰਾ ਹਫ਼ਤਾ 10 ਦਿਨ ਚੱਲਦਾ ਰਿਹਾ ਡਿਪਟੀ ਦੇ ਪੇਸ਼ ਹੋਣ ਦਾ, ਵੀ ਚਲੋ ਮੇਰੀ ਹਾਜ਼ਰੀ ਲੱਗਦੀ ਰਹੀ। ਫਿਰ ਕੀ ਹੋਇਆ, ਉੱਧਰੋਂ ਜਦੋਂ 92 ਦਾ ਸਮਾਂ ਸੀ, ਜਿਹੜਾ 91 'ਚ ਮੇਰੀ ਮੈਰਿਜ ਹੁੰਦੀ ਆ ਲਾਸਟ ਦੇ, ਤੇ 92 ਦੇ ਵਿੱਚ ਜਨਵਰੀ ਕਿ ਫਰਵਰੀ ਦਾ ਮਹੀਨਾ, ਮੈਂ ਜਨਵਰੀ ਆ ਨਾ ਦਸੰਬਰ ਦਾ ਮਹੀਨਾ ਸੀ। ਇਹ ਸੀਏ ਸਟਾਫ ਵਾਲੇ ਮੈਨੂੰ ਚੁੱਕ ਕੇ ਲੈ ਗਏ ਰਾਤ। ਇਹ ਰਾਤ ਚੁੱਕ ਕੇ ਲੈ ਗਏ। ਫਿਰ ਇਹਨਾਂ ਨੇ ਕੋਈ ਮੇਰੇ ਨਾਲ ਕੀਤੀ ਹੈ, ਰੱਜਿਆਂ ਨੇ ਸ਼ਰਾਬ ਨਾਲ ਬੜੀ ਮੰਦੀ ਹਾਲਤ ਕੀਤੀ। ਉੱਥੇ ਮੇਰਾ ਇੱਕ ਦੋਸਤ, ਮੈਂ ਨਾਂ ਨਹੀਂ ਲੈਣਾ ਉਹਦਾ, ਉਹ ਵਿਚਾਰਾ ਆਸੇ ਪਾਸੇ ਹੋ ਗਿਆ। ਚਲੋ ਉਹਦੀ ਮਜਬੂਰੀ ਸੀ, ਮੁਲਾਜ਼ਮ ਸੀ, ਪੜ੍ਹਦੇ ਸੀ ਸਾਡੇ ਨਾਲ। ਤੇ ਉਸ ਤੋਂ ਬਾਅਦ ਜਦੋਂ 4-5 ਦਿਨ ਮੇਰਾ ਇਹ ਕੰਮ ਚੱਲਦਾ ਰਿਹਾ, ਪਿੰਡ ਦੀ ਪੰਚਾਇਤ ਆਈ, ਕੁਛ ਉਹਨਾਂ ਨੇ ਆਖਿਆ ਵੇਖਿਆ, ਚਲੋ ਮੇਰੇ 'ਤੇ ਤਸ਼ੱਦਦ ਢਾ ਕੇ ਤੇ ਮੈਨੂੰ ਉਹਨਾਂ ਨੇ ਛੱਡਤਾ। ਜਦੋਂ ਇਹ ਮੈਨੂੰ ਗਏ ਨੇ, ਚਲੋ ਮੇਰਾ ਉਸ ਤੋਂ ਬਾਅਦ ਇੱਧਰ ਆ ਕੇ ਹੋ ਗਿਆ ਪਿੰਡ ਦੇ ਵਿੱਚ। ਪਿੰਡੋਂ ਮਿਲ ਕੇ ਮੈਂ ਆਪਣਾ ਫਰੀਦਕੋਟ ਜਾ ਵਸਿਆ। ਫਰੀਦਕੋਟ ਜਾ ਕੇ ਵਸਿਆ ਤੇ ਜਦੋਂ ਜ਼ਮੀਨ ਮੇਰੇ ਕੋਲ ਥੋੜ੍ਹੀ ਸੀ, ਉਹ ਵੇਚ ਕੇ ਮਸਾਂ ਮੈਂ ਕੇਸ ਕੂਸ 'ਚ ਝਗੜ ਕੇ ਤੇ ਆਪਦਾ ਖੜਾ ਛੜਾਇਆ। ਫਰੀਦਕੋਟ ਜਾ ਕੇ ਵਸਿਆ। ਉੱਥੇ ਮੇਰੇ ਕੇ ਐਸਪੀ ਮੱਲੀ ਸਾਹਿਬ, ਉਹਨਾਂ ਨੇ ਮੇਰਾ ਜਦੋਂ ਸੌਦਾ ਸਾਧ ਦਾ ਰੌਲਾ ਚੱਲਿਆ, ਸੌਦਾ ਸਾਧ ਦੇ ਜਦੋਂ ਸਰਸੇਲ ਦਾ, ਉਹਦੇ ਵਿੱਚ ਅੱਗੇ ਹੋ ਕੇ ਮੈਂ ਪ੍ਰਚਾਰ ਕਰਦਾ ਸੀ, ਕਿਉਂਕਿ ਮੈਂ ਉਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਚਾਰਕ ਸੀ, ਸਰਨਾ ਗਰੁੱਪ ਦਾ। ਤੇ ਮੇਰੇ ਕੋਲ 35 ਪਿੰਡ ਸੀ ਇਹ ਕੋਟਕਪੂਰੇ ਹਲਕੇ ਦੇ। ਪ੍ਰਚਾਰ ਕਰਦੇ ਦੌਰਾਨ ਕੁਛ ਇਹਨਾਂ ਨੇ ਮੇਰਾ ਉਦੋਂ ਪਿੱਛੇ ਹਟਦਾ ਜ਼ੋਰ ਪਿਆ। ਉਦੋਂ ਮੈਂ ਉੱਥੋਂ ਆਪਦਾ ਚੁੱਕਿਆ ਜੁੱਲੀ ਬਿਸਤਰਾ ਤੇ ਧਰਮਕੋਟ ਆਇਆ। ਧਰਮਕੋਟ ਤੋਂ ਆ ਕੇ ਤੇ ਮੁੜ ਕੇ ਮੈਂ ਇੱਥੇ ਵਸਿਆ ਆਣ ਕੇ। ਬਸ ਉਸ ਤੋਂ ਪਿੱਛੇ ਮੇਰਾ ਚੱਲਦਾ ਅੱਜ ਮੈਂ ਕੋਲ ਟਿਕਿਆ। ਤੇ ਅੱਜ ਜਿਹੜੀ ਕਹਾਣੀ ਹੈ, ਜਿਹੜੀ ਸਥਿਤੀ ਹੈ ਇਸ ਵਕਤ ਆ, ਮੈਂ ਉੱਥੇ ਆ ਜਾ, ਗੱਲ ਨੂੰ ਖਤਮ ਕਰਦੇ ਹਾਂ। ਜਿਹੜੀ ਅੱਜ ਦੀ ਸਥਿਤੀ ਹੈ ਨਾ ਬੇਟਾ, ਇਸ ਦੌਰ ਨੇ, ਕਾਲੇ ਦੌਰ ਨੇ ਮੇਰੇ ਘਰ ਰੋਟੀ ਵੀ ਨਹੀਂ ਛੱਡੀ। ਨਾ ਰੋਟੀ, ਨਾ ਮਕਾਨ। 2 ਵਾਰ ਅਟੈਕ ਹੋ ਚੁੱਕਾ ਹੈ। ਇੰਨੀ ਤਕਲੀਫ ਦੇ ਵਿੱਚ ਮੈਂ ਗੁਜ਼ਰ ਰਿਹਾ। ਬੱਚੇ 2 ਬੇਟੀਆਂ ਨੇ, 1 ਬੇਟਾ ਹੈ। ਮੈਨੂੰ ਪਤਾ ਮੈਂ ਕਿਵੇਂ ਪੜ੍ਹਾਏ ਨੇ। ਇੱਕ ਦਿਹਾੜੀਆਂ ਕਰ ਕਰਕੇ ਸਮਝ ਲਓ, ਪੰਜਾਬੀ 'ਚ ਕਹਿ ਲਗੇ ਆਪਾਂ। ਸਿਕਿਉਰਿਟੀ ਗਾਰਡ ਦੀ ਡਿਊਟੀ ਦਿਹਾੜੀ ਹੁੰਦੀ, ਹੋਰ ਕੀ ਹੁੰਦਾ ਉਹ। ਇਸ ਵਾਸਤੇ ਬੇਟਾ ਮੈਂ ਜੋ ਸਮਝ ਸਕਦਾ, ਜੋ ਮੇਰੇ 'ਤੇ ਬੀਤੀ ਹੈ, ਉਹ ਤਾਂ ਮੈਂ ਤੁਹਾਨੂੰ ਸੁਣਾ ਦਿੱਤੀ ਹੈ। ਪਰ ਇੱਕ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਇੰਨਾ ਕੁਝ ਸਹਿਣ ਦੇ ਬਾਵਜੂਦ ਇੱਕਾ ਦੁੱਕਾ ਸਿੰਘਾਂ ਨੇ ਮੇਰੀ ਬਾਂਹ ਫੜੀ ਹੈ। ਅੱਜ ਤੱਕ ਮੈਨੂੰ ਕਿਸੇ ਨੇ ਪੁੱਛਿਆ ਨਹੀਂ। ਤੇ ਘਰ ਮਾਤਾ ਜੀ ਹੁਣੀ ਵੀ ਕੁਝ ਕਰਦੇ ਨੇ, ਉਹਦੇ ਨਾਲ ਤੁਸੀਂ ਘਰ ਦਾ ਗੁਜ਼ਾਰਾ ਚਲਾਉਂਦੇ ਹੋ? ਬਿਲਕੁਲ ਮੇਰੀ ਘਰ ਵਾਲੀ ਆ, ਉਸ ਲੋਕਾਂ ਦੇ ਜਿਹੜੇ ਕੱਪੜੇ ਆ ਬੁਟੀਕ ਦੇ, ਜਿਹਨੂੰ ਸਲਵਾਰਾਂ ਪੰਜਾਬੀ 'ਚ ਕਹਿੰਦੇ ਆ, ਉਹ ਸਿਉਂ ਕੇ ਉਹ 20-30 ਰੁਪਏ ਮਿਲਦੇ ਨੇ, ਅਸੀਂ ਉਹਨਾਂ ਨਾਲ ਗੁਜ਼ਾਰਾ ਕਰਦੇ ਹਾਂ। ਸਾਡੇ ਕੋਲ ਹੈ ਨਹੀਂ ਗਾ। ਮੈਂ ਤਾਂ ਆਪ ਬਿਮਾਰ ਇਹਨਾਂ 'ਚ ਵੀ, ਹੁਣ 2 ਅਟੈਕ ਹੋ ਚੁੱਕੇ ਨੇ। ਤੁਸੀਂ ਕੋਈ ਕੰਮ ਕਾਜ ਨਹੀਂ? ਬਸ ਸਿਕਿਉਰਿਟੀ ਗਾਰਡ ਦੀ ਡਿਊਟੀ ਜਾਂਦੇ, ਬਸ ਉਹ ਵੀ ਨਾਈਟ ਕਦੇ ਕਿਤੇ। ਹਾਂ, ਪਰਮਾਨੈਂਟ ਨਹੀਂ ਗਾ ਕੋਈ। ਹੁਣ ਤੁਸੀਂ ਹਾਲ ਤੱਕ ਕਿਰਾਏ ਦੇ ਮਕਾਨ ਤੇ ਰਹਿੰਦੇ ਹੋ, ਤਾਂ ਫਿਰ ਕਿਰਾਇਆ ਕਿੰਨਾ ਦਿੰਦੇ ਹੋ ਮਹੀਨੇ ਦਾ? ਕਿਰਾਇਆ ਅਸੀਂ ਪਹਿਲਾਂ ਬੇਟੇ ਦਿੰਦੇ ਸਾਂ ਉਹਨਾਂ ਨੂੰ 5500 ਰੁਪਏ ਦੇਣਾ। ਉਹ ਦਇਆ ਆਈ ਉਹਨਾਂ ਦੇ ਵਿੱਚ, ਉਹਨਾਂ ਨੂੰ ਪਤਾ ਲੱਗਾ, ਉਹ ਫਰਮ ਬੜੀ ਤਗੜੀ ਹੈ। ਉਹ ਵਿਚਾਰਿਆਂ ਨੇ ਆਪੇ ਸਾਨੂੰ ਕਹਿ ਦਿੱਤਾ, ਕਹਿੰਦੇ ਤੁਸੀਂ ਬਿਮਾਰ ਬੜੇ ਰਹਿੰਦੇ ਜੇ, ਤੁਹਾਡੇ ਦੇ ਦਿਨ ਬੜੇ ਮਾੜੇ ਨੇ, ਤੁਹਾਨੂੰ ਕਿਰਾਇਆ ਮਾਫ ਕਰਤਾ। ਬਿੱਲ ਸਾਡੇ ਤੋਂ ਇਹਨੂੰ ਤਾਰਿਆ ਗਿਆ, ਕਿਰਾਇਆ ਸਾਨੂੰ ਉਹਨਾਂ ਨੇ ਮਾਫ ਕਰਤਾ ਵਿਚਾਰਿਆਂ ਨੇ। ਦਇਆ ਕਰਕੇ ਸਿਰ ਤਰਸ ਆ ਗਿਆ ਉਹਨਾਂ ਨੂੰ। ਅਸੀਂ ਨਹੀਂ ਆਖਿਆ, ਆਪੇ ਤਰਸ ਕਰਕੇ ਉਹਨਾਂ ਸਾਨੂੰ, ਭਲਾ ਹੋਵੇ ਉਹਨਾਂ ਦਾ,
ਗੁਰੂ ਸਾਹਿਬ ਉਹਨਾਂ ਦੀ ਮਿਹਰ ਕਰੇ, ਸਾਨੂੰ ਤਰਸ ਕਰਕੇ ਉਹਨਾਂ ਦਾ ਕਿਰਾਇਆ ਮਾਫ ਕਰਤਾ ਸਾਡਾ ਉਹਨਾਂ ਨੇ। ਹੁਣ ਤੁਸੀਂ ਵੈਸੇ ਉਦਾਂ ਹੀ ਆਪਣਾ ਮਕਾਨ ਵੀ ਨਹੀਂ ਹੈ ਤੇ ਘਰੋਂ ਵੀ ਔਖੇ ਹੋ, ਤਾਂ ਕਿਸੇ ਤੋਂ ਕੋਈ ਤੁਹਾਨੂੰ ਮਦਦ ਚਾਹੀਦੀ ਹੈ ਜਾਂ ਕਿਸੇ ਕੋਲ ਤੁਸੀਂ ਕਹਿੰਦੇ ਹੋ, ਕਿਉਂਕਿ ਅੱਜ ਕੱਲ ਸਾਡੇ ਪੰਜਾਬੀ ਵੀਰ ਐਵੇਂ ਦੇ ਨੇ, NRI ਵੀਰ ਵੀ ਐਵੇਂ ਦੇ ਨੇ, ਜਿਨ੍ਹਾਂ ਨੂੰ ਲੋੜ ਹੁੰਦੀ ਹੈ ਉਹਨਾਂ ਦੀ ਮਦਦ ਵੀ ਜ਼ਰੂਰ ਕਰਦੇ ਨੇ। ਮੈਂ ਤਾਂ ਇਹ ਗੱਲ ਆਖਾਂਗਾ, ਜੇ NRI ਵੀਰ ਜਾਂ ਸਾਡਾ ਖਾਲਸਾ ਪੰਥ ਦੇ ਵਿੱਚ ਕੁਛ ਗੁਰੂ ਦੀ ਕਿਰਪਾ ਵਾਲਾ ਪੰਜਾਬੀ ਭਰਾ ਮੇਰੀ ਮਦਦ ਕਰੇ ਤਾਂ ਮੈਂ ਖੁਸ਼ ਹੋਵਾਂਗਾ, ਕਿਉਂਕਿ ਮੈਂ ਸਭ ਤੋਂ ਵੱਡੀ ਗੱਲ ਤਾਂ ਮੈਨੂੰ ਲੋੜ ਹੈ ਮਕਾਨ ਦੀ। ਅੱਜ ਮੇਰਾ ਮਕਾਨ ਬਣ ਜੇ ਤੇ ਮੈਨੂੰ ਕੁਝ ਨਹੀਂ ਚਾਹੀਦਾ, ਸਿਰਫ ਓਨਲੀ ਇਕੱਲਾ ਮਕਾਨ ਮਿਲ ਜੇ ਮੈਨੂੰ ਤੇ ਸਭ ਕੁਝ ਬਣ ਜਾਣਾ ਮੇਰਾ। ਬਾਕੀ ਕੰਮ ਰੋਟੀ ਤਾਂ ਖਾਧੀ ਜਾਵਾਂਗੇ, ਕਮਾ ਕੇ ਰੋਟੀ ਖਾ ਸਕਦੇ ਆਪਾਂ। ਬੇਟਾ ਕਿੰਨੇ ਸਾਲ ਦਾ, ਕੀ ਕਰਦਾ ਹੈ? ਬੇਟਾ 21 ਸਾਲ ਦਾ ਹੈ ਜੀ। ਹਾਂ, ਪੈਸਾ ਕੋਲੋਂ ਬੇਟਾ ਨਹੀਂ ਪੜਾਇਆ ਗਿਆ, ਜਦੋਂ ਪੈਸੇ ਹੀ ਕੋਲ ਕੋ ਨਹੀਂ ਪੜਾਵਾਂ ਕਿੱਥੋਂ ਬੇਟੇ ਨੂੰ। +2 ਕੀਤੀ, ਕੁਝ ਪੜਾਇਆ ਨਹੀਂ ਗਿਆ, ਖਰਚੇ ਅੱਗੇ ਹੀ ਨਹੀਂ ਗਏ। ਹਾਂ, 2 ਬੇਟੀਆਂ ਨੇ, ਦੋਨੋਂ ਬੇਟੀਆਂ ਦੀ ਮੈਰਿਜ ਕਰਤੀ, ਉਹ ਆਪਦੇ ਕਾਰਨ ਨੇ ਬਸ। ਸੋ ਇਸ ਦੌਰ ਨੂੰ ਤੁਸੀਂ ਅੱਜ ਵੀ ਯਾਦ ਕਰਕੇ ਭਾਵੁਕ ਵੀ ਹੁੰਦੇ ਹੋਵੋਗੇ ਕਿ ਕਿੰਨਾ ਸਮਾਂ ਭਿਆਨਕ ਸੀਗਾ ਉਹ। ਭਾਵਕ ਬੇਟਾ, ਜੇ ਸੱਚ ਪੁੱਛੇ ਤੇ ਮੂੰਹ 'ਚ ਬੁਰਕੀ ਜਾ ਪੈਂਦੀ ਆ। ਰੋਟੀ ਖਾਣੇ, ਰੋਟੀ ਨਹੀਂ ਖਾਧੀ ਜਾਂਦੀ ਜਦੋਂ ਯਾਦ ਆਉਂਦੀ ਗੱਲ, ਜਿਹੜਾ ਤਸ਼ੱਦਦ ਚੱਲਿਆ ਨਾ, ਜੇਲਾਂ ਕੱਟੀਆਂ ਨੇ, ਤਸ਼ੱਦਦ ਚੱਲਿਆ, ਕਈ ਵਾਰ ਰੋਣ ਆ ਜਾਂਦਾ। ਫਿਰ ਆਖੀਦਾ ਕਲਗੀਧਰ ਪਾਤਸ਼ਾਹ ਤੂੰ ਤਾਂ ਸਾਰਾ ਸਰਬੰਸ ਵਾਰਤਾ, ਅਸੀਂ ਤਾਂ ਕੁਛ ਵੀ ਚੀਜ਼ ਨਹੀਂ ਗਏ, ਅਸੀਂ ਤਾਂ ਪੰਥ ਨੂੰ ਕੁਛ ਵੀ ਨਹੀਂ ਦਿੱਤਾ, ਤੂੰ ਤਾਂ ਸਾਰਾ ਕੁਛ ਹੀ ਦੇ ਗਿਆ ਸਾਨੂੰ। ਫਿਰ ਇਹ ਸਮਝ ਕੇ ਚੁੱਪ ਕਰ ਜੀਦਾ। ਸੋ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ, ਧੰਨਵਾਦ, ਤੁਸੀਂ ਆਪਣੀ ਹੱਡਬੀਤੀ ਸਾਡੇ ਨਾਲ ਸਾਂਝਾ ਕੀਤੀ। ਥੈਂਕ ਯੂ ਮੈਡਮ। ਸੋ ਬਿਲਕੁਲ ਜੀ, ਤੁਸੀਂ ਕਹਾਣੀ ਅੰਗਰੇਜ਼ ਸਿੰਘ ਹੋਣਾ ਦੀ ਸੁਣੀ ਹੈ, ਕਿਸ ਤਰੀਕੇ ਦੇ ਨਾਲ ਉਸ ਵੇਲੇ ਕਈ ਜਿਹੜੇ ਸਿੱਖਾਂ ਦੇ ਉੱਪਰ, ਜਿਹੜੇ ਕਈ ਪਰਿਵਾਰਾਂ ਦੇ ਉੱਪਰ ਜਿਹੜੇ ਉਸ ਵੇਲੇ ਪੁਲਿਸ ਦੇ ਵੱਲੋਂ ਵੀ ਜ਼ੁਲਮ ਕੀਤਾ ਗਿਆ, ਔਰ ਇਸ ਦੌਰਾਨ ਇਸੇ ਦਾ ਸ਼ਿਕਾਰ ਅੰਗਰੇਜ਼ ਸਿੰਘ ਹੋਣੀ ਵੀ ਹੁੰਦੇ ਨੇ। ਤਾਂ ਫਿਲਹਾਲ ਹੁਣ ਇੱਕ ਤੁਹਾਨੂੰ ਇਹਨਾਂ ਦੀ ਜਿਹੜੀ ਅਸਲੀ ਘਰ ਵੀ ਦਿਖਾਵਾਂਗੇ, ਇੱਕ ਵਾਰ ਤੁਸੀਂ ਨਾਲ ਤਸਵੀਰ ਦੇਖ ਵੀ ਲਈ ਹੈ ਘਰ ਦੀ, ਕਿਸ ਤਰੀਕੇ ਨਾਲ ਕਿਰਾਏ ਦੇ ਘਰ 'ਤੇ ਰਹਿੰਦੇ ਨੇ। ਮਾਤਾ ਜੀ ਸਿਲਾਈ ਕਢਾਈ ਕਰਦੇ ਨੇ ਔਰ ਬੇਟਾ ਵੀ ਹੈਗਾ ਆ, ਔਰ ਪੈਸਾ ਨਾ ਹੋਣ ਕਰਕੇ ਪੜਾਇਆ ਨਹੀਂ ਗਿਆ, ਔਰ ਅੰਕਲ ਆਪ ਕੋਈ ਕੰਮਕਾਜ ਨਹੀਂ ਕਰਦੇ ਇਸ ਵੇਲੇ, ਕਿਉਂਕਿ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਨੇ, ਸਿਹਤ ਨਾਸਾਜ਼ ਹੋਣ ਕਰਕੇ ਘਰ 'ਚ ਪੈਸੇ ਦੀ ਵੀ ਤੰਗੀ ਹੈ। ਜੇਕਰ ਕੋਈ ਹੈਲਪ ਕਰਨਾ ਚਾਹੁੰਦਾ ਹੈ ਤਾਂ ਅਸੀਂ ਨੰਬਰ ਜ਼ਰੂਰ ਸ਼ੇਅਰ ਕਰ ਦਿੰਦੇ ਹਾਂ, ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਇਸ ਪਰਿਵਾਰ ਦੇ ਨਾਲ ਮੁਲਾਕਾਤ ਵੀ ਕਰ ਸਕਦੇ ਹੋ, ਆ ਕੇ ਘਰ ਦੇ ਹਾਲਾਤ ਵੀ ਜ਼ਰੂਰ ਦੇਖ ਸਕਦੇ ਹੋ, ਕਿਉਂਕਿ ਚਾਹੇ ਇਹਨਾਂ ਨੂੰ ਉਸ ਵੇਲੇ ਤਾਂ ਇਨਸਾਫ ਨਹੀਂ ਮਿਲਿਆ, ਪਰ ਲੋੜ ਜ਼ਰੂਰ ਹੈ, ਤੁਹਾਡੀ ਹੈ, ਕਿਉਂਕਿ ਅੱਜ ਕਈ ਪਰਿਵਾਰ ਅਜਿਹੇ ਨੇ ਜਿਨ੍ਹਾਂ ਨੂੰ ਤੁਹਾਡੀ ਬਹੁਤ ਜ਼ਿਆਦਾ ਲੋੜ ਹੈ। ਸੋ ਉਹਨਾਂ 'ਚੋਂ ਪਰਿਵਾਰ ਇੱਕ ਇਹ ਵੀ ਹੈ, ਤੁਸੀਂ ਜ਼ਰੂਰ ਮਦਦ ਕਰ ਸਕਦੇ ਹੋ। ਤਾਂ ਹੁਣ ਤੁਹਾਡੇ ਤੋਂ ਅਸੀਂ ਲਵਾਂਗੇ ਆਗਿਆ। ਸਹਿਯੋਗੀ ਦਵਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।